ਹਾਜ਼ਰ ਹੈ ਜੱਜ ਦਾ ਵਿਚਾਰ। सत श्री अकाल जी। प्राइम एशिया टीवी ते हर रोज की तरह असी हाजिर हाँ प्रोग्राम चाय दा विचार लैके। मैं हरमन थिंद, मेरे नाल ने स्वरण सिंह टैणा। सत श्री अकाल टैणा साहब। सत श्री अकाल जी। की हाल चाल ने? ठीक आ हाले तक सदा ही ठीक रहन, असी इस चीज़ की कामना करते हैं। ते टैणा साहब सब तो पहला मौसम की हाल बयानी कर दईए। हाले तक मैं तां कहना क्योंकि जिस तरीके दे नाल कोरोना के मरीजों की गिणती दे विच वाधा हो रहा, जिस तरीके दे नाल मौतां दी गिणती दे विच वाधा हो रहा, जिस तरीके दे नाल सरकार मौतां दे अंकड़े नूं लुको रही है, जिस तरीके दे नाल लोकां दी सही तरीके नाल टैसटिंग ही नहीं हो रही, तो जिस तरीके दे नाल सरकार दे वल्लों कई तरह दीयां इहो जिहियां अवलियां गल्लां कीतीआं जा रहीआं भी सवा साल बाद सरकार दा जलूस तां निकल ही रहा, क्योंकि सवा साल पहले समस्या आई सी। लोग ये सोचदे भी असीं जाइए किहड़े खूह खाते। मेरा एक दोस्त आ जिहड़ा वो बाहरले मुल्क चों इत्थे आया, ਉਹਨੂੰ ਜਦੋਂ ਉਹਦੇ ਟੱਬਰ ਦੇ ਜੀ ਫੋਨ ਕਰਦੇ ਉਹ ਇੱਕੋ ਗੱਲ ਕਹਿੰਦੇ ਬਚ ਕੇ ਰਹੀਂ, ਅਸੀਂ ਇਹੋ ਜਿਹੀਆਂ ਖਬਰਾਂ ਪੜ੍ਹ ਸੁਣ ਰਹੇ ਹਾਂ ਵੀ ਪੁੱਛੋ ਕੁਛ ਨਾ, ਤੈਨੂੰ ਕੁਛ ਹੋ ਨਾ ਜਾਵੇ। ਭਾਰਤ ਦੇ ਨਾਂ ਤੋਂ ਜੇਕਰ ਲੋਕ ਇਹਦਾ ਡਰਨ ਲੱਗ ਪਏ ਆ ਤਾਂ ਮਤਲਬ ਕੌਣ ਜ਼ਿੰਮੇਵਾਰ ਆ? ਸਾਡੀਆਂ ਸਰਕਾਰਾਂ। ਲੋਕ ਤਾਂ ਹਾਲੇ ਵੀ ਆਤਮ ਨਿਰਭਰ ਆ, ਆਪ ਵੀ ਬਚਣ ਦੀ ਕੋਸ਼ਿਸ਼ ਕਰ ਰਹੇ ਆ, ਆਪਣਿਆਂ ਨੂੰ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ। ਚਾਰ ਛਿਲੜ ਇਕੱਠੇ ਕਰਕੇ ਟੈਕਸ ਦੇ ਕੇ ਸਰਕਾਰਾਂ ਦਾ ਵੀ ਢਿੱਡ ਤੋੜ ਰਹੇ ਆ, ਪਰ ਮਰਿਆ ਕੌਣ ਆ, ਮਰਦਾ ਕੌਣ ਆ? ਆਮ ਲੋਕ। ਸੋ ਜਿਹੜੀ ਗੱਲ ਤੁਸੀਂ ਕਹੀ ਆ ਮੌਸਮ ਦੀ, ਮੌਸਮ ਪੰਜਾਬ ਦਾ ਪਿਛਲੇ ਕਈ ਘੰਟਿਆਂ ਤੋਂ ਠੀਕ ਹੈ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਪੈ ਗਿਆ, ਇੱਕ ਦੋ ਥਾਵਾਂ ਤੇ ਗੜੇ ਪੈਣ ਦੀਆਂ ਖਬਰਾਂ ਵੀ ਹੈ, ਤੇ ਜਿਹੜਾ ਪਹਿਲਾਂ 40-41 ਡਿਗਰੀ ਤੱਕ ਤਾਪਮਾਨ ਹੋ ਗਿਆ ਸੀ ਇਹ 35-36 ਤੱਕ ਰਹਿ ਗਿਆ ਜੀ। ਤੇ ਮੌਸਮ ਵਿਭਾਗ ਕਹਿੰਦਾ ਵੀ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਮੀਂਹ ਹੋਰ ਪੈਣ ਦੀ ਸੰਭਾਵਨਾ। ਜੀ ਬਿਲਕੁਲ ਸਹੀ। ਤੇ ਟੈਣਾ ਸਾਹਿਬ ਜਿਹੜੀ ਕਰੋਨਾ ਦੀ ਤੁਸੀਂ ਗੱਲ ਕੀਤੀ ਹੈ ਨਾ, ਵਾਕਈ ਇਹ ਖਬਰਾਂ ਇਸ ਵੇਲੇ ਇੰਨਾ ਜ਼ਿਆਦਾ ਚਿੰਤਾ ਨੂੰ ਵਧਾ ਰਹੀਆਂ ਨੇ ਕਿ ਸਾਰੀ ਰਾਤ ਨੀਂਦ ਨਹੀਂ ਆਉਂਦੀ, ਕਿਉਂਕਿ ਜਦ ਤੁਸੀਂ ਸੋਸ਼ਲ ਮੀਡੀਆ ਖੋਲਦੇ ਹੋ ਉਹਦੇ ਤੇ ਹਰ ਪਾਸੇ ਸਿਰਫ ਤੇ ਸਿਰਫ ਕਰੋਨਾ ਦੀ ਗੱਲ ਹੋ ਰਹੀ ਹੈ, ਆਪਣੇ ਪਿਆਰਿਆਂ ਨੂੰ ਗਵਾਉਣ ਦੀਆਂ ਗੱਲਾਂ ਹੋ ਰਹੀਆਂ ਨੇ। ਹਰ ਬੰਦਾ ਇਸ ਵੇਲੇ ਚਿੰਤਾ ਦੇ ਵਿੱਚ ਹੈ ਨਾ। ਜੇ ਤੁਸੀਂ ਅਖਬਾਰਾਂ ਫੜਦੇ ਹੋ ਹੱਥ ਦੇ ਵਿੱਚ ਤਾਂ ਅਖਬਾਰਾਂ ਦੇ ਵਿੱਚ ਵੀ ਪਹਿਲੇ ਸਫ਼ੇ ਤੋਂ ਲੈ ਕੇ ਅਖੀਰਲੇ ਤੱਕ ਸਿਰਫ ਤੇ ਸਿਰਫ ਕਰੋਨਾ ਦੀਆਂ ਹੀ ਖਬਰਾਂ ਸਾਹਮਣੇ ਆ ਰਹੀਆਂ ਨੇ। ਪਰ ਹੈਰਾਨੀ ਹੁੰਦੀ ਹੈ ਕਿ ਸਾਡੀਆਂ ਸਰਕਾਰਾਂ ਸੁੱਤੀਆਂ ਪਈਆਂ ਨੇ, ਸਾਡੀਆਂ ਸਰਕਾਰਾਂ ਮੌਤ ਦੇ ਉੱਪਰ ਵੀ ਸਿਆਸਤ ਖੇਡ ਰਹੀਆਂ ਨੇ। ਰੌਲਾ ਅਸਲ ਦੇ ਵਿੱਚ ਇਹ ਹੈ ਵੀ ਅਸੀਂ ਦੇਸ਼ ਦੇ ਵਿੱਚ ਲੋਕ ਉਹ ਚੁਣ ਬੈਠੇ ਆ ਜਿਹੜੇ ਲੋਕਾਂ ਨੂੰ ਅਕਲ ਨਾਂ ਦੀ ਚੀਜ਼ ਹੀ ਕੋਈ ਨਹੀਂ, ਜਿਹੜੇ ਲੋਕਾਂ ਨੂੰ ਸੱਪ ਫੜਨੇ ਚਾਹੀਦੇ ਸੀ ਉਹ ਲੋਕ ਇੱਥੇ ਦੇਸ਼ ਨੂੰ ਫੜ ਕੇ ਬਹਿ ਗਏ ਆ, ਉਹ ਲੋਕ ਸੂਬਿਆਂ ਨੂੰ ਫੜ ਕੇ ਬਹਿ ਗਏ ਆ। ਹੁਣ ਮੈਂ ਯੂਪੀ ਦੀ ਗੱਲ ਕਰਦਾ, ਯੂਪੀ ਦੇ ਵਿੱਚ ਰਾਮ ਰਾਜ ਲਿਆਤਾ ਇਹ ਗੱਲ ਕਹਿੰਦੇ ਆ, ਪਰ ਇਹ ਤਾਂ ਸ਼੍ਰੀ ਰਾਮਚੰਦਰ ਦੀ ਵੀ ਬਦਨਾਮੀ ਕਰਦੇ ਆ। ਇਹ ਤਾਂ ਸ਼੍ਰੀ ਰਾਮਚੰਦਰ ਜੀ ਦੇ ਨਾਂ ਦੀ ਵੀ ਗਲਤ ਤਰੀਕੇ ਨਾਲ ਵਰਤੋਂ ਕਰ ਰਹੇ ਆ। ਉਹ ਕਿਵੇਂ? ਕਿਉਂਕਿ ਇਹ ਕਹਿੰਦੇ ਜੀ ਕਿ ਅਸੀਂ ਸਾਰਾ ਕੁਝ ਠੀਕ ਕਰ ਰਹੇ ਆ, ਪਰ ਉੱਥੇ ਹੋ ਕੀ ਰਿਹਾ? ਯੂਪੀ ਦੇ ਵਿੱਚ ਇੱਕ ਲਲਿਤਪੁਰ ਜ਼ਿਲ੍ਹਾ, ਉਸ ਜ਼ਿਲ੍ਹੇ ਦੇ 13 ਪਿੰਡਾਂ ਦਾ ਸਰਵੇਖਣ ਕੀਤਾ ਗਿਆ। ਪਿੰਡ ਦੇ ਹਰ ਘਰ ਦੇ ਵਿੱਚ ਇੱਕ ਜਣਾ ਬਿਮਾਰ ਪਿਆ, ਕਿਸੇ ਨੂੰ ਖੰਘ ਆ, ਕਿਸੇ ਨੂੰ ਜ਼ੁਕਾਮ ਆ, ਕਿਸੇ ਨੂੰ ਮਲੇਰੀਆ, ਕਿਸੇ ਨੂੰ ਕੁਛ ਆ, ਕਿਸੇ ਨੂੰ ਕੁਛ ਆ। ਲੋਕ ਵੀ ਉੱਥੇ ਅਣਜਾਣ ਆ ਵੀ ਭਾਈ ਸਾਨੂੰ ਹੋਈ ਕੀ ਜਾਂਦਾ। 60 ਕਿਲੋਮੀਟਰ ਦੂਰ ਜਾਣਾ ਪੈਂਦਾ ਉਹਨਾਂ ਨੂੰ ਜੇਕਰ ਆਪਣਾ ਟੈਸਟ ਕਰਵਾਉਣਾ ਹੋਵੇ, ਤੇ ਝੋਲਾ ਛਾਪ ਡਾਕਟਰਾਂ ਦੇ ਕੋਲੋਂ ਇਲਾਜ ਕਰਵਾ ਰਹੇ ਆ। ਕੋਈ ਇੱਥੇ ਨਿੰਮ ਦੇ ਥੱਲੇ ਪਿਆ ਪੱਲੀ ਵਿਛਾ ਕੇ, ਕੋਈ ਕਿੱਕਰ ਦੇ ਥੱਲੇ ਪਿਆ ਪੱਲੀ ਵਿਛਾ ਕੇ, ਕੋਈ ਕਿਸੇ ਧਰਮਸ਼ਾਲਾ ਦੇ ਵਿੱਚ ਪਿਆ ਦਰੀ ਵਿਛਾ ਕੇ। ਸੋ ਲੋਕਾਂ ਦਾ ਬਣੂਗਾ ਕੀ? ਲੋਕਾਂ ਨੇ ਵੀ ਅਸੀਂ ਤਾਂ ਭਾਈ ਜਿੰਨਾ ਕੋ ਓੜ ਪੋੜ ਇੱਥੇ ਹੋ ਸਕਦਾ ਉਹੀ ਕਰੀ ਜਾਂਦੇ ਆ, ਨਾ ਸਾਡੇ ਇੱਥੇ ਕੋਈ ਟੈਸਟ ਕਰਨ ਵਾਲਾ, ਨਾ ਹੀ ਇੱਥੇ ਕੋਈ ਹੋਰ ਮਸਲੇ ਦੇ ਹੱਲ ਕਰਨ ਵਾਲਾ। ਤੇ ਯੂਪੀ ਦੇ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ? ਕਹਿੰਦੇ ਦੇਖੋ ਜੀ ਜਨਤਾ ਦੀ ਸੇਵਾ ਦੇ ਵਿੱਚ ਅਸੀਂ ਹਮੇਸ਼ਾ ਹਾਜ਼ਰ ਆ, ਤੇ ਅਸੀਂ ਜਿਹੜੇ ਇੱਥੇ ਮਰਨਗੇ ਉਹਨਾਂ ਦਾ ਸੰਸਕਾਰ ਮੁਫਤ ਦੇ ਵਿੱਚ ਕਰਾਂਗੇ। ਤੇ ਸਰਕਾਰ ਆਪਦੇ ਵੱਲੋਂ 5000 ਰੁਪਈਆ ਲਾ ਕੇ ਬੰਦੇ ਦਾ ਸੰਸਕਾਰ ਕਰਨ ਵਾਸਤੇ ਵਚਨਬੱਧ ਆ। ਜਿਉਂਦਾ ਨਾ ਰੱਖਿਓ ਕਿਸੇ ਬੰਦੇ ਨੂੰ, ਤੁਸੀਂ ਆਕਸੀਜਨ ਦਾ ਪ੍ਰਬੰਧ ਨਾ ਕਰਿਓ ਵੀ ਬੰਦੇ ਦੀ ਸਾਹਾਂ ਦੀ ਡੋਰ ਨਾ ਟੁੱਟੇ, ਤੁਸੀਂ ਉਹਦੇ ਮਰਨ ਦੀ ਉਡੀਕ ਕਰੋ, ਬਾਅਦ ਦੇ ਵਿੱਚ ਸੰਸਕਾਰ ਕਰੋ ਉਹਦਾ। ਬਹੁਤ ਤੁਹਾਡਾ ਧੰਨਵਾਦ, ਤੁਹਾਨੂੰ ਇਸੇ ਗੱਲ ਲਈ ਚੁਣਿਆ ਸੀ। ਟੈਣਾ ਸਾਹਿਬ ਮੈਨੂੰ ਤਾਂ ਲੋਕਾਂ ਤੇ ਹੈਰਾਨੀ ਹੁੰਦੀ ਹੈ ਜਿਹੜੇ ਹਾਲੇ ਵੀ ਦਿਮਾਗ ਦੇ ਬੂਹੇ ਨਹੀਂ ਖੋਲ ਰਹੇ, ਜਿਹੜੇ ਹਾਲੇ ਵੀ ਇਹਨਾਂ ਦੇ ਮਗਰ ਲੱਗੇ ਹੋਏ ਨੇ ਵੀ ਕੋਈ ਇਹਨਾਂ ਨੂੰ ਸਵਾਲ ਕਰਨ ਵਾਲਾ ਹੀ ਹੈ ਨਹੀਂ ਵੀ ਤੁਸੀਂ ਮੁਫਤ ਦੇ ਵਿੱਚ ਇਲਾਜ ਨਾ ਕਰਿਓ, ਤੁਸੀਂ 5-5000 ਰੁਪਏ ਤੱਕ ਦਾ ਇਲਾਜ ਨਾ ਕਰਿਓ ਲੋਕਾਂ ਦਾ, ਵੀ ਲੋਕ ਕਿਤੇ ਜ਼ਿੰਦਗੀ ਆਪਣੀ ਜਿਉ ਲੈਣ। ਤੁਸੀਂ ਇਹ ਕਹੋ ਵੀ ਮਰੋ ਸਹੀ, ਅਸੀਂ ਮਰਨ ਤੋਂ ਬਾਅਦ ਤੁਹਾਡਾ ਸੰਸਕਾਰ ਕਰ ਦਿਆਂਗੇ। ਚਲੋ ਇਹ ਵੀ ਆਸਾਨ ਕੀਤਾ ਤੁਹਾਡੇ ਜਿਹੜੇ ਅੰਨੀ ਭਗਤੀ ਵਾਲੇ ਲੋਕ ਪਤਾ ਕੀ ਕਹਿੰਦੇ? ਆਪ ਤੋਂ ਮੋਦੀ ਕੇ ਵਿਰੋਧੀ ਹੋ, आप तो इस तरीके से बोलते हो, जो जो चैनल इस तरीके से बोलते हैं वो तो मोदी के खिलाफ करते हैं। जे देश दे विच प्रधानमंत्री मोदी चुनिया तो असी लानत पाईए जस्टिन ट्रूडो नूं, जे असी देश दे विच प्रधानमंत्री मोदी नूं चुनिया, एक एक वोट पा के लोकां ने चुनिया, तो असी सवाल खड़े कर गए जैसिंडा ते। जेकर देश के लोगों ने चुनिया प्रधानमंत्री मोदी नूं आ, वोटां बीजेपी नूं पाईआं, देश के लोगों ने अन्नी भगती घर घर मोदी हर घर मोदी दे उत्ते यकीन किया, तो सवाल असी जो बाइडन नूं करिए, जिन्हों चुनिया सवाल उन्होंने क्यों ना करिए। बिल्कुल सही। जज दा विचार। ਟੈਣਾ ਸਾਹਿਬ ਆਉਂਦਿਆਂ ਹੀ ਵੈਸੇ ਤਾਂ ਆਪਾਂ ਹਮੇਸ਼ਾ ਪਹਿਲਾਂ ਚੱਜ ਦੇ ਵਿਚਾਰ ਦੀ ਸਾਂਝ ਪਾਉਂਦੇ ਆ, ਉਸ ਤੋਂ ਬਾਅਦ ਵਿੱਚ ਸਾਰੀਆਂ ਗੱਲਾਂ ਵੱਲ ਨੂੰ ਧਿਆਨ ਲੈ ਕੇ ਆਉਂਦੇ ਆ, ਪਰ
ਮਾਹੌਲ ਇਹੋ ਜਿਹਾ ਹੈ, ਆਲੇ ਦੁਆਲੇ ਵਾਪਰ ਇਹੋ ਕੁਝ ਰਿਹਾ ਹੈ ਕਿ ਬੰਦੇ ਦਾ ਜੀ ਕਰਦਾ ਕਿ ਉਹਦੇ ਬਾਰੇ 'ਚ ਪਹਿਲਾਂ ਬਾਤ ਪਾਈ ਜਾਵੇ, ਬਾਕੀ ਸਾਰੀਆਂ ਗੱਲਾਂ ਬਾਅਦ 'ਚ ਨੇ। ਪਰ ਜੋ ਸਾਡੀ ਰੀਤ ਹੈ ਕਿ ਆਪਾਂ ਹਮੇਸ਼ਾ ਲੋਕਾਂ ਨੂੰ ਹਾਂ ਪੱਖੀ ਕੋਈ ਨਾ ਕੋਈ ਗੱਲ ਜ਼ਰੂਰ ਸੁਣਾਉਂਦੇ ਹਾਂ, ਕੋਈ ਨਾ ਕੋਈ ਸਿੱਖਿਆ ਦੇਣ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ, ਸਿੱਖਿਆਦਾਇਕ ਗੱਲ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦੇ ਹਾਂ। ਸੋ ਉਹ ਵੀ ਆਪਾਂ ਜ਼ਰੂਰ ਜਾਰੀ ਮੇਰੀ ਇੱਕ ਬੇਨਤੀ ਆ, ਜਿੰਨੇ ਵੀ ਇਸ ਵਕਤ ਦਰਸ਼ਕ ਪ੍ਰੋਗਰਾਮ ਨੂੰ ਦੇਖ ਰਹੇ ਆ, ਜੋ ਖਬਰਾਂ ਆ ਰਹੀਆਂ ਉਹਨਾਂ ਤੋਂ ਹੌਸਲਾ ਨਾ ਹਾਰਿਓ। ਜਾਣ ਕੇ ਅਖਬਾਰਾਂ ਦੇ ਵਿੱਚ ਬਲਦੇ ਸਿਵਿਆਂ ਦੀਆਂ ਫੋਟੋਆਂ ਛਪ ਰਹੀਆਂ, ਇਹਦੇ ਤੋਂ ਸਬਕ ਲਿਓ। ਦੇਸ਼ ਦੇ ਵਿੱਚ ਸਰਕਾਰ ਨਿਕੰਮੀ ਸਾਬਤ ਹੋਈ ਆ, ਫੇਲ ਸਾਬਤ ਹੋ ਗਈ ਆ, ਪਰ ਇਹਦੇ ਤੋਂ ਵੀ ਸਬਕ ਲਿਓ। ਦੇਸ਼ ਦੇ ਵਿੱਚ ਇਸ ਵਕਤ ਬਹੁਤ ਬੁਰਾ ਹਾਲ ਹੋਇਆ ਪਿਆ, ਇਹਦੇ ਤੋਂ ਸਬਕ ਲਿਓ, ਦਿਲ ਨਾ ਛੱਡਿਓ, ਹੌਸਲਾ ਨਾ ਹਾਰਿਓ। ਇਹਦਾ ਮਤਲਬ ਇਹ ਹੈ ਕਿ ਆਪਾਂ ਆਪਣੇ ਆਪ ਨੂੰ ਬਚਾਉਣ ਦੇ ਲਈ ਪਹਿਲਾਂ ਨਾਲੋਂ ਵੀ ਵੱਧ ਯਤਨ ਕਰਦੇ ਹਾਂ। ਬਿਲਕੁਲ ਸਹੀ। ਕਿਉਂਕਿ ਪਹਿਲਾਂ ਤਾਂ ਸਾਨੂੰ ਇਸ ਗੱਲ ਦੀ ਆਸ ਸੀ ਵੀ ਸ਼ਾਇਦ ਇਹ ਸਾਡੇ ਤੱਕ ਕਰੋਨਾ ਟੈਸਟਿੰਗ ਕਿੱਟਾਂ ਪਹੁੰਚਾਉਣਗੇ, ਸਾਡਾ ਪਤਾ ਲੱਗ ਜਾਊਗਾ, ਸ਼ਾਇਦ ਇਹ ਵੈਕਸੀਨ ਪਹੁੰਚਾਉਣਗੇ, ਸ਼ਾਇਦ ਸਾਡਾ ਬਚਾਅ ਹੋ ਜਾਊਗਾ। ਪਰ ਜਦੋਂ ਹੁਣ ਟੈਸਟ ਕਿੱਟਾਂ ਦੀ ਵੀ ਘਾਟ ਆ, ਜਦੋਂ ਵੈਕਸੀਨ ਦੀ ਵੀ ਘਾਟ ਆ, ਇਸ ਕਰਕੇ ਆਪਦੀ ਜ਼ਿੰਦਗੀ ਆਪੇ ਬਚਾਉਣ ਦੀ ਜ਼ਿੰਮੇਵਾਰੀ ਹੋਰ ਵੱਧ ਜਾਂਦੀ ਹੈ। ਇਸ ਕਰਕੇ ਸਰੀਰਕ ਦੂਰੀ ਦੇ ਨਿਯਮਾਂ ਦਾ ਪਾਲਣ ਵੀ ਕਰਨਾ, ਤੇ ਇਸ ਕਰਕੇ ਭੀੜ ਭੜੱਕੇ ਦੇ ਵਿੱਚ ਬਹੁਤਾ ਨਹੀਂ ਜਾਣਾ, ਤੇ ਧਾਰਮਿਕ ਥਾਵਾਂ ਦੇ ਉੱਤੇ ਭੀੜ ਇਕੱਠੀ ਕਰਨ ਦੀ ਜਿਹੜੀ ਸ਼ਰਧਾ ਨਾ ਥੋੜੀ ਜਿਹੀ ਘਟਾ ਦਿਓ। ਬਿਲਕੁਲ ਇਹ ਮੇਰੀ ਹੱਥ ਜੋੜ ਕੇ ਬੇਨਤੀ ਹੈ। ਮੈਂ ਕਿਸੇ ਧਰਮ ਦੇ ਖਿਲਾਫ ਨਹੀਂ ਗੱਲ ਕਰਦਾ, ਪਰ ਜਦੋਂ ਅਸੀਂ ਮਜਮਾ ਲਾ ਕੇ ਬਹਿ ਜਾਂਦੇ ਆ, ਰੱਬ ਸਾਡੇ ਅੰਦਰ ਹੀ ਆ। ਕੋਈ ਗੱਲ ਨਹੀਂ, ਆਪਾਂ ਮਹੀਨਾ ਠਹਿਰ ਕੇ ਵੱਖ-ਵੱਖ ਥਾਵਾਂ ਤੇ ਚਲੇ ਜਾਵਾਂਗੇ। ਇਹ ਜ਼ਰੂਰਤ ਨਹੀਂ ਇਸ ਵੇਲੇ ਵੀ ਆਪਾਂ ਹੁਣੀ ਜਾਗੇ। ਪਰ ਜਿਹੜੇ ਲੋਕ ਇਸ ਮਹਾਮਾਰੀ ਦੇ ਮੌਕੇ ਆਪਦੀ ਜੇਬ ਦੇ ਵਿੱਚੋਂ ਵਿੱਤੀ ਪਹੁੰਚ ਦੇ ਮੁਤਾਬਕ ਤਿਲ ਫੁੱਲ ਦਾਨ ਕਰ ਰਹੇ ਆ, ਉਹਨਾਂ ਸਾਰੇ ਲੋਕਾਂ ਨੂੰ ਸਲਾਮ ਵੀ ਕਰਨੀ ਬਣਦੀ ਹੈ। ਤੇ ਸਾਰੇ ਨਿੱਠ ਕੇ ਆਪਾਂ ਹੋਰ ਵੀ ਇਸ ਪਾਸੇ ਨੂੰ ਤੁਰ ਗਏ। ਸਰਕਾਰਾਂ ਤੇ ਬੜੀ ਆਸ ਨਾ ਕਰੋ ਜੀ, ਭੋਰਾ ਆਸ ਨਾ ਕਰੋ। ਤੁਸੀਂ ਚੱਜ ਦਾ ਵਿਚਾਰ ਪੁੱਛਿਆ, ਉਹ ਇਹ ਆ ਬਈ ਸਬਰ ਸੰਤੋਖ ਕੀ ਹੁੰਦਾ, ਇਹਦੀ ਪਰਿਭਾਸ਼ਾ ਤੁਸੀਂ ਪੰਛੀ ਦੇ ਕੋਲੋਂ ਜਾਣੋ। ਸਬਰ ਸੰਤੋਖ ਕੀ ਹੁੰਦਾ, ਇਹਦੀ ਪਰਿਭਾਸ਼ਾ ਤੁਸੀਂ ਪੰਛੀ ਦੇ ਕੋਲੋਂ ਜਾਣੋ। ਕਿਉਂਕਿ ਜਦੋਂ ਉਹ ਆਥਣ ਨੂੰ ਆਪਦੇ ਆਲਣੇ ਵੱਲ ਮੁੜਦਾ, ਉਹਦੀ ਚੁੰਝ ਦੇ ਵਿੱਚ ਇੱਕ ਵੀ ਦਾਣਾ ਨਹੀਂ ਹੁੰਦਾ ਅਗਲੇ ਦਿਨ ਵਾਸਤੇ। ਵਾਹ। ਉਹਨੂੰ ਪਤਾ ਵੀ ਮੇਰੇ ਖੰਭਾਂ ਨੇ ਉੱਡ ਕੇ ਕਿਤੇ ਨਾ ਕਿਤੇ ਪਹੁੰਚ ਜਾਣਾ, ਉਹਨੂੰ ਪਤਾ ਵੀ ਮੈਂ ਕਿਤੋਂ ਨਾ ਕਿਤੋਂ ਕੁਝ ਨਾ ਕੁਝ ਲੱਭ ਲਿਆਉਣਾ। ਜਦੋਂ ਚਿੜੀ ਆਪਦੇ ਨਿਆਣਿਆਂ ਦੇ ਲਈ, ਆਪਦੇ ਬੱਚਿਆਂ ਦੇ ਲਈ ਕੋਈ ਸੁੰਡੀ ਲੈ ਕੇ ਆਉਂਦੀ ਆ, ਕੁਝ ਹੋਰ ਲੈ ਕੇ ਚੀਂ 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 ਕਰਦੇ ਆ, ਉਹਨਾਂ ਦਾ ਕਦੇ ਉਲਾਂਭਾ ਨਹੀਂ ਹੁੰਦਾ। ਉਹ ਜੋ ਮੂੰਹ 'ਚ ਪਾ ਕੇ ਜਾਂਦੀ ਆ ਉਹਦੇ ਨਾਲ ਸਬਰ ਕਰ ਲੈਂਦੇ ਆ। ਤੇ ਪੰਛੀ ਨੂੰ ਵੀ ਇਸ ਗੱਲ ਦਾ ਪਤਾ ਵੀ ਮੈਂ ਕੱਲ ਨੂੰ ਕਿਤੋਂ ਨਾ ਕਿਤੋਂ ਲਿਆ ਕੇ ਇਹਨਾਂ ਨੂੰ ਫੇਰ ਖਵਾ ਦੇਣਾ, ਆਪ ਵੀ ਰੱਜ ਜਾਣਾ। ਤੇ ਸਾਡੇ ਘਰ ਦੇ ਵਿੱਚ ਦਾਣਿਆਂ ਦੇ ਡਰਮ ਭਰੇ ਪਏ ਹੁੰਦੇ ਆ, ਸਾਡੇ ਕੋਲੇ ਘਰ ਦੇ ਵਿੱਚ ਸਮਾਨ ਬਹੁਤ ਪਿਆ ਹੁੰਦਾ। ਪਰ ਜੇਕਰ ਕੋਈ ਦਾਨੀ ਸੱਜਣ ਆਵੇ, ਆਪਾਂ ਕਹਿੰਦੇ ਦੇ। ਕਦੇ ਕੋਈ ਇਹ ਨਹੀਂ ਕਹਿਣਾ ਮੇਰੇ ਕੋਲੇ ਤਾਂ ਬਹੁਤ ਆ। ਅਸੀਂ ਲੋੜਵੰਦਾਂ ਦੀ ਮਦਦ ਕਰੀਏ, ਅਸੀਂ ਆਪ ਨਾ ਹਲਫੂ ਕਰਗੇ। ਲੋੜ ਇਸ ਗੱਲ ਦੀ ਆ। ਬਿਲਕੁਲ ਸਹੀ ਗੱਲ ਹੈ। ਜਿਹੜਾ ਮੈਂ ਚਾਹੀਦਾ ਵਿਚਾਰ ਲੈ ਕੇ ਆਈ ਹਾਂ ਟਾਣਾ ਸਾਹਿਬ, ਉਹ ਅੱਜ ਦੇ ਹਿਸਾਬ ਦੇ ਨਾਲ ਤਾਂ ਬਿਲਕੁਲ ਢੁੱਕਦਾ ਹੈ। ਕਹਿੰਦੇ ਕਿ ਚੁੱਪਚਾਪ ਸਭ ਕੁਝ ਸਹਿੰਦੇ ਰਹੋ ਤਾਂ ਤੁਹਾਡੇ ਤੋਂ ਚੰਗਾ ਕੋਈ ਵੀ ਨਹੀਂ। ਚੁੱਪਚਾਪ ਸਭ ਕੁਝ ਸਹਿੰਦੇ ਰਹੋ ਤਾਂ ਤੁਹਾਡੇ ਤੋਂ ਚੰਗਾ ਕੋਈ ਵੀ ਨਹੀਂ। ਇੱਕ ਵਾਰ ਮੋਹਰੋਂ ਜਵਾਬ ਦੇ ਦਿਓ ਤੇ ਤੁਹਾਡੇ ਤੋਂ ਮਾੜਾ ਵੀ ਕੋਈ ਨਹੀਂ। ਬਿਲਕੁਲ ਸਹੀ ਗੱਲ ਹੈ। ਜਦੋਂ ਤੱਕ ਦਾ ਚੁੱਪਚਾਪ ਹਰ ਕੋਈ ਸਹਿੰਦਾ ਰਹਿੰਦਾ ਵੀ ਠੀਕ ਹੈ, ਮੋਰਲਾ ਜੋ ਕਰ ਰਿਹਾ, ਜਿਵੇਂ ਅੱਜ ਸਾਡੀਆਂ ਸਰਕਾਰਾਂ ਤੇ ਵੀ ਇਹ ਗੱਲ ਲਾਗੂ ਹੁੰਦੀ ਹੈ ਕਿ ਜਦੋਂ ਤੱਕ ਤਾਂ ਲੋਕ ਮੀਡੀਆ ਚੁੱਪਚਾਪ ਸਾਰਾ ਕੁਝ ਵੇਖਦਾ ਰਵੇ ਕਿ ਹਾਂ ਸਰਕਾਰਾਂ ਜੋ ਕਰ ਰਹੀਆਂ ਕਰਨ ਦਿਓ, ਉਦੋਂ ਤੱਕ ਤਾਂ ਮੀਡੀਆ ਵੀ ਚੰਗਾ, ਉਦੋਂ ਤੱਕ ਤਾਂ ਲੋਕ ਵੀ ਚੰਗੇ, ਉਦੋਂ ਤੱਕ ਤਾਂ ਨਾਗਰਿਕ ਵੀ ਚੰਗੇ। ਜਿੱਦਣ ਕੋਈ ਸਵਾਲ ਖੜਾ ਕਰ ਦਿੰਦਾ, ਉਦਣ ਉਹ ਦੇਸ਼ ਧਰੋਹੀ ਹੋ ਜਾਂਦਾ ਹੈ, ਉਦਣ ਉਹਦੇ ਤੋਂ ਮਾੜਾ ਨਹੀਂ ਕੋਈ ਹੁੰਦਾ, ਉਦਣ ਉਹ ਸਾਰੇ ਵਿਰੋਧੀ ਅਖਵਾਉਂਦੇ ਨੇ, ਉਦਣ ਉਹ ਸਾਰੇ ਹੋਰ ਲੋਕਾਂ ਦੀ ਭੇਟ ਚੜੇ ਹੋਏ ਅਖਵਾਉਂਦੇ ਨੇ, ਹਨਾ। ਸੋ ਸਵਾਲ ਜਿੱਦਣ ਤੁਸੀਂ ਕਰਦੇ ਹੋ ਉਦਣ ਤੁਸੀਂ ਮਾੜੇ ਜ਼ਰੂਰ ਬਣ ਜਾਂਦੇ ਹੋ, ਪਰ ਸਵਾਲ ਕਰਨੇ ਜ਼ਰੂਰੀ ਨੇ। ਅੱਜ ਬਹੁਤ ਦੁੱਖ ਦੀ ਗੱਲ ਹੈ ਟਾਣਾ ਸਾਹਿਬ ਕਿ ਬਹੁਤ ਸਾਰੇ ਲੋਕ ਜਿਹੜੇ ਇਹਨਾਂ ਦੀਆਂ ਰੈਲੀਆਂ ਦੇ ਵਿੱਚ ਵੱਧ ਚੜ ਕੇ ਹਿੱਸਾ ਲੈਂਦੇ ਸੀ, ਅੱਜ ਇਹਨਾਂ ਨੂੰ ਸਵਾਲ ਕਿਉਂ ਨਹੀਂ ਕਰਦੇ ਵੀ ਸਭ ਤੋਂ ਵੱਧ ਕਰੋਨਾ ਤੁਸੀਂ ਵਧਾਇਆ? ਕੀ ਲੋੜ ਸੀ ਉਦੋਂ ਰੈਲੀਆਂ ਦੀ? ਕੀ ਲੋੜ ਸੀ ਉਦੋਂ ਇੰਨਾ ਇਕੱਠ ਕਰਨ ਦੀ? ਉਦੋਂ ਹੀ ਇਕੱਠ ਕਰਕੇ ਲੋਕਾਂ ਨੂੰ ਮੌਤ ਦੇ ਮੂੰਹ ਦੇ ਵਿੱਚ ਪਾ ਕੇ ਅੱਜ ਤੁਸੀਂ ਆਪ ਆਪਣੇ ਬੰਗਲਿਆਂ ਦੇ ਵਿੱਚ ਵੜ ਗਏ, ਆਪਣੀਆਂ ਪੈਨਸ਼ਨਾਂ ਖਾ ਰਹੇ ਹੋ, ਆਪਣੀਆਂ ਰੋਟੀਆਂ ਖਾ ਰਹੇ ਹੋ, ਤੇ ਲੋਕ ਭੁੱਖੇ ਮਰ ਰਹੇ ਨੇ। ਤੁਹਾਡਾ ਧਿਆਨ ਨਹੀਂ ਕਿਸੇ ਬੰਨੇ। ਜੇ ਪਹਿਲਾਂ ਹੀ ਇਕੱਠ ਕੀਤੇ ਸੀ ਤੇ ਹੁਣ ਕਿਉਂ ਨਹੀਂ ਤੁਸੀਂ ਕਹਿੰਦੇ ਵੀ ਉਦੋਂ ਸਾਡੀ ਗਲਤੀ ਸੀ, ਅਸੀਂ ਇਕੱਠ ਕੀਤੇ ਤੇ ਆਓ ਅੱਜ ਅਸੀਂ ਤੁਹਾਡੇ ਰਾਸ਼ਨ ਦਾ, ਤੁਹਾਡੀ ਰੋਟੀ ਦਾ ਪ੍ਰਬੰਧ ਕਰਦੇ ਹਾਂ। ਹੁਣ ਸਾਰੇ ਐ ਕੱਚੂ ਕੰਮੇ ਜੇ ਬਣ ਕੇ ਵੜੇ ਹੋਏ ਨੇ ਆਪਣੇ ਕਮਰਿਆਂ ਦੇ ਵਿੱਚ ਕਿ ਜਿਵੇਂ ਉਹਨਾਂ ਨੂੰ ਕੁਝ ਦੇਖ ਹੀ ਨਹੀਂ ਰਿਹਾ ਵੀ ਦੇਸ਼ ਦੇ ਵਿੱਚ ਹੋ ਕੀ ਰਿਹਾ। ਔਰ ਹੈਰਾਨੀ ਦੀ ਗੱਲ ਇਹ, ਹੁਣ ਮੂੰਹੋਂ ਕੋਈ ਕੁਝ ਬੋਲਣ ਨੂੰ ਵੀ ਤਿਆਰ ਨਹੀਂ। ਹੁਣ ਕੋਈ ਨਹੀਂ ਕਹਿੰਦਾ ਵੀ ਵਾਕਈ ਸਾਡੀ ਗਲਤੀ ਸੀ, ਵਾਕਈ ਸਾਨੂੰ ਇਕੱਠ ਨਹੀਂ ਕਰਨਾ ਚਾਹੀਦਾ ਸੀ, ਅਸੀਂ ਤੁਹਾਡੇ ਨਾਲ ਆ। ਕੋਈ ਨਹੀਂ ਬੋਲਦਾ, ਹਰ ਕੋਈ ਤਮਾਸ਼ਾ ਵੇਖਦਾ। ਕਹਿਣ ਨੂੰ ਤਿਆਰ ਆ, ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਆ ਵੀ ਮਹੀਨੇ ਤੱਕ, 20 ਦਿਨਾਂ ਤੱਕ, 4 ਮਹੀਨਿਆਂ ਤੱਕ ਜਦੋਂ ਵੀ ਕੋਰੋਨਾ ਦੀ ਇਹ ਦੂਜੀ ਲਹਿਰ ਵੀ ਘਟ ਗਈ, ਫੇਰ ਸਾਹਮਣੇ ਆਉਣਗੇ, ਹਮਨੇ ਇਹ ਕਰ ਦਿਆ ਦੇਸ਼ ਕਾ, ਹਮਨੇ ਦੂਸਰੀ ਲਹਿਰ ਕੋ ਵੀ ਖਤਮ ਕਰ ਦਿਆ। ਤੁਸੀਂ ਕਾਹਦਾ ਕਰ ਦਿੱਤਾ? ਇਹ ਤਾਂ ਜਿਨ੍ਹਾਂ ਨੇ ਨਜਿੱਠਿਆ ਉਹਨਾਂ ਨੂੰ ਪੁੱਛ ਕੇ ਵੇਖੋ, ਜਿਨ੍ਹਾਂ ਦੇ ਘਰੋਂ ਪਿਆਰੇ ਤੁਰ ਗਏ, ਜਿਨ੍ਹਾਂ ਦੇ ਘਰ ਦੇ ਜੀ ਤੁਰ ਗਏ, ਉਹਨਾਂ ਨੂੰ ਪੁੱਛ ਕੇ ਵੇਖੋ ਕਿ ਕੀ ਬੀਤੀ ਹੈ। ਜਿਨ੍ਹਾਂ ਨੂੰ ਰੋਟੀ ਖਾਣ ਦੇ ਲਾਲੇ ਪੈ ਗਏ, ਜਿਨ੍ਹਾਂ ਨੂੰ ਇਹ ਨਹੀਂ ਪਤਾ ਸੀ ਵੀ ਕਿੱਥੋਂ ਰੋਟੀ ਆਉਣੀ ਆ, ਮਿਲਣੀ ਵੀ ਆ ਕਿ ਨਹੀਂ ਮਿਲਣੀ, ਉਹਨਾਂ ਨੇ ਨਜਿੱਠਿਆ। ਤੁਸੀਂ ਕਾਹਦਾ ਨਜਿੱਠਿਆ? ਤੀਜੀ ਵਾਰ ਲੋਕ ਕਤਾਰਾਂ ਦੇ ਵਿੱਚ ਲੱਗੇ, ਤੀਜੀ ਵਾਰ ਲਾਈਨਾਂ ਦੇ ਵਿੱਚ ਲੱਗੇ ਆ।
ਨੋਟਬੰਦੀ ਦੇ ਮੌਕੇ ਲੋਕ ਮਰੇ, ਕਤਾਰਾਂ ਜੀ। ਦੇ ਵਿੱਚ ਲੱਗੇ ਰਹੇ। ਵੋਟਾਂ ਪਾਉਣ ਦੇ ਵੇਲੇ ਲੋਕ ਕਤਾਰਾਂ ਦੇ ਵਿੱਚ ਲੱਗੇ ਰਹੇ, ਚਲੋ ਉਦੋਂ ਉਹਨਾਂ ਨੇ ਚੁਣਿਆ ਸੀਗਾ। ਫਿਰ ਨੋਟਬੰਦੀ ਦੇ ਕਰਕੇ ਕਤਾਰਾਂ ਦੇ ਵਿੱਚ ਲੱਗ ਗਏ, ਤੇ ਹੁਣ ਸ਼ਮਸ਼ਾਨ ਘਾਟਾਂ ਦੇ ਬਾਹਰ ਕਤਾਰਾਂ ਦੇ ਵਿੱਚ ਲੱਗੇ ਆ ਜੀ। ਵੀ ਅਸੀਂ ਆਪਦੇ ਵਿਛੜੇ ਹੋਏ ਪਿਆਰੇ ਦਾ ਸੰਸਕਾਰ ਕਰਨਾ, ਬਿਲਕੁਲ ਅਸੀਂ ਉਹਨੂੰ ਇੱਥੇ ਲੈ ਕੇ ਆਏ ਆ। ਉਹ ਕਹਿੰਦੇ ਨੇ ਟੋਕਨ ਲੈ ਲਓ, ਬਾਅਦ ਦੇ ਵਿੱਚ ਆ ਜਾਓ। ਸੋ ਇਹ ਸਾਡੀ ਕਿਸਮਤ ਦੇ ਵਿੱਚ ਕਤਾਰਾਂ ਲਿਖੀਆਂ, ਜੀ। ਰਹਿ ਗਏ ਕਿੱਥੇ? ਬਿਲਕੁਲ ਜੱਜ ਦਾ ਵਿਚਾਰ। ਇਸ ਹਾਲਾਤ ਦੇ ਵਿੱਚ ਬੇਸ਼ਰਮੀ ਦੀਆਂ ਹੱਦਾਂ ਕਈ ਲੋਕ ਐਸੀਆਂ ਪਾਰ ਕਰਦੇ ਆ ਵੀ ਰਹਿ ਰਹਿ ਕੇ ਦੁੱਖ ਹੁੰਦਾ। ਹਰਮਨ ਜੀ, ਜੀ ਆ ਯੂਪੀ ਦਾ ਇੱਕ ਬਲੀਆ ਖੇਤਰ ਤੋਂ ਵਿਧਾਇਕ ਆ, ਉਹਦਾ ਨਾਮ ਹੈਗਾ ਸੁਰਿੰਦਰ ਸਿੰਘ। ਇਹਨੇ ਪਹਿਲਾਂ ਵੀ ਕਈ ਵਾਰ ਜਬਲੀਆਂ ਮਾਰੀਆਂ। ਇਹਨੇ ਹੁਣ ਵੀ ਇੱਕ ਨਾ ਵੀਡੀਓ ਬਣਾ ਕੇ ਤਜਰਬਾ ਕਰਕੇ ਦਿਖਾਇਆ। ਕਹਿੰਦਾ ਵੀ ਮੈਨੂੰ ਕਰੋਨਾ ਕੁਝ ਨਹੀਂ ਕਹਿੰਦਾਗਾ, ਮੇਰਾ ਕੁਝ ਨਹੀਂ ਵਿਗਾੜ ਸਕਦਾ, ਕਿਉਂਕਿ ਮੈਂ ਮੂਤ ਪੀਣਾ, ਮੈਂ ਗਊ ਮੂਤਰ ਪੀਣਾ। ਮੈਨੂੰ ਹੈਰਾਨੀ ਇਸ ਗੱਲ ਦੀ ਹੁੰਦੀ ਹੈ ਵੀ ਜੇਕਰ ਗਊ ਮੂਤਰ ਦੇ ਨਾਲ ਜਾਂ ਕਿਸੇ ਵੀ ਚੀਜ਼ ਦੇ ਮੂਤਰ ਦੇ ਨਾਲ ਮਸਲੇ ਹੱਲ ਹੁੰਦੇ ਆ ਤਾਂ ਫਿਰ ਤੁਸੀਂ ਕੋਵੈਕਸੀਨ ਦੇ ਉੱਤੇ ਕਿਉਂ ਪੈਸੇ ਲਾਏ? ਤੁਸੀਂ ਕੋਵੀਸ਼ੀਲਡ ਦੇ ਉੱਤੇ ਪੈਸੇ ਕਿਉਂ ਲਾਉਨੇ ਆ? ਤੁਸੀਂ ਰੂਸ ਦੀ ਦਵਾਈ ਜਿਹੜੀ ਆ ਸਪੂਤਨਿਕ ਉਹ ਮੰਗਾਉਣ ਦੀ ਗੱਲ ਕਿਉਂ ਕਰਦੇ ਆ? ਜਿਹੜੇ ਹੁਣ ਯੂਪੀ ਦੇ ਵਿੱਚ 4 ਵਿਧਾਇਕ, ਹੁਣ ਤੱਕ ਦੂਜੀ ਲਹਿਰ ਦੇ ਵਿੱਚ ਬੀਜੇਪੀ ਦੇ 4 ਵਿਧਾਇਕ, ਉਹਨਾਂ ਦੀ ਕਰੋਨਾ ਦੇ ਕਰਕੇ ਮੌਤ ਹੋਈ ਆ। ਜਾਓ ਉਹਨਾਂ ਦੇ ਘਰ ਦੇ ਵਿੱਚ ਮੂਤ ਕਿਉਂ ਨਹੀਂ ਪਿਆ ਕੇ ਆਏ? ਜੀ। ਮਤਲਬ ਇਹ ਆ ਵੀ ਦੇਸ਼ ਮਰ ਰਿਹਾ ਤੇ ਇਹ ਉਹੀ ਗੱਲਾਂ ਕਰ ਰਹੇ ਜਿਹਦੇ ਕਰਕੇ ਦੇਸ਼ ਦੀ ਬਦਨਾਮੀ ਦੁਨੀਆ ਭਰ ਦੇ ਵਿੱਚ ਹੁੰਦੀ ਦੇਖੋ ਹੈ। ਸਭ ਤੋਂ ਵੱਡੀ ਚੀਜ਼ ਇਹ ਹੈ ਟਾਣਾ ਸਾਹਿਬ ਕਿ ਮੈਂ ਆਪਣੇ ਉੱਪਰ ਇਹ ਗੱਲ ਲੈਣੀ ਆ ਕਿ ਮੈਂ ਕੀ ਪੀਨੀ ਹਾਂ, ਮੈਂ ਕਿਹੜੀ ਚੀਜ਼ 'ਚ ਵਿਸ਼ਵਾਸ ਕਰਦੀ ਆ, ਇਹ ਮੇਰੀ ਆਪਣੀ ਮਰਜ਼ੀ ਆ। ਪਰ ਮੈਂ ਕਿਸੇ ਨੂੰ ਵੀਡੀਓ ਬਣਾ ਕੇ ਪੁੱਠੇ ਰਾਹ ਦੇ ਉੱਪਰ ਨਹੀਂ ਤੋਰ ਸਕਦੀ। ਜੇਕਰ ਮੇਰੇ ਉਸ ਕੰਮ ਦਾ ਕਰਕੇ ਕਿਸੇ ਦੀ ਜਾਨ ਖਤਰੇ ਦੇ ਵਿੱਚ ਪੈਂਦੀ ਹੈ ਤਾਂ ਫਿਰ ਉਹਦੇ ਲਈ ਸਿੱਧੇ ਤੌਰ ਤੇ ਜ਼ਿੰਮੇਵਾਰ ਮੈਂ ਹਾਂ। ਜੇਕਰ ਜੋ ਵੀ ਇਹ ਭਾਈ ਸਾਹਿਬ ਕਹਿ ਰਹੇ ਨੇ, ਇਹਨਾਂ ਦੇ ਇਸ ਕਹਿਣ ਤੋਂ ਬਾਅਦ ਕੋਈ ਬੰਦਾ ਇਸ ਰਾਹ ਦੇ ਉੱਪਰ ਤੁਰ ਪੈਂਦਾ, ਉਹਨੂੰ ਤਾਂ ਵੀ ਕੁਝ ਹੋ ਜਾਂਦਾ ਹੈ, ਤੇ ਫਿਰ ਕੀ ਇਹਨਾਂ ਦੇ ਉੱਪਰ ਕਤਲ ਦਾ ਕੇਸ ਦਰਜ ਹੋਊਗਾ? ਸਭ ਤੋਂ ਵੱਡੀ ਚੀਜ਼ ਹੈ, ਜਿਸ ਦਿਨ ਤਾਂ ਨੀਟੂ ਸ਼ਟਰਾ ਵਾਲਾ ਇਦਾਂ ਦੀ ਗੱਲ ਕਰਦਾ, ਉਹਨੂੰ ਤੁਸੀਂ ਫੜ ਕੇ ਅੰਦਰ ਦੇ ਦਿੰਦੇ ਹੋ ਵੀ ਤੂੰ ਅਫਵਾਹਾਂ ਫੈਲਾਉਣਾ ਹੈ, ਤੂੰ ਇਦਾਂ ਦੀ ਗੱਲ ਕਰਦਾ ਹੈ। ਜਿੱਦਣ ਬਾਬਾ ਰਾਮਦੇਵ ਇਹੋ ਜੀ ਗੱਲ ਕਰਦਾ ਜਾਂ ਫਿਰ ਤੁਹਾਡੇ ਆਪਣੇ ਚਹੇਤੇ ਇਦਾਂ ਦੀ ਗੱਲ ਕਰਦੇ ਨੇ, ਉਦੋਂ ਤੁਹਾਡੀਆਂ ਜੇਲ੍ਹਾਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਪਿਛਲੇ ਦਿਨੀ ਇਹ ਵੀ ਖਬਰ ਆਈ ਸੀ ਵੀ ਹਰਿਦੁਆਰ ਦੇ ਵਿੱਚ ਜਿਹੜਾ ਪਤੰਜਲੀ ਯੋਗ ਪੀਠ ਹੈ ਜੀ, ਉਹਦੇ ਵਿੱਚ ਕੰਮ ਕਰਨ ਵਾਲੇ ਵੀ 80 ਜਣਿਆਂ ਤੋਂ ਵੱਧ ਕਰੋਨਾ ਪੋਜ਼ਿਟਿਵ ਹੋ ਗਏ। ਬਿਲਕੁਲ ਸਹੀ। ਤੁਸੀਂ ਕਿਉਂ ਨਹੀਂ ਤੜਕੇ ਨਿਰਣੇ ਕਾਲਜ ਨੂੰ ਪਿਸ਼ਾਬ ਪਿਆਉਂਦੇ ਬਈ? ਉਹ ਤਾਂ ਬਣਾਉਂਦੇ ਹੀ ਉੱਥੇ ਸਾਰਾ ਕੁਝ, ਉਹਨਾਂ ਦੀਆਂ ਮਸ਼ੀਨਾਂ ਲੱਗੀਆਂ। ਇਹਨਾਂ ਨੂੰ ਕਹੋ ਇੱਥੇ ਪੀ ਚੱਲੋ, ਗੜਗੜ ਕਰਕੇ ਪੀ ਚੱਲੋ, ਜੀ। ਛੰਨੇ ਭਰ ਭਰ ਪੀਓ ਇੱਥੇ। ਹਾਂ, ਨਾਲੇ ਤੁਸੀਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਉਹ ਬਰਾਬਰਤਾ ਦੀ ਗੱਲ ਕਰਦੇ ਹੋ, ਇਦਾਂ ਜਿਹੜਾ ਮਰਜ਼ੀ ਜੋ ਮਰਜ਼ੀ ਕਹੀ ਜਾਵੇ ਤੇ ਉਦੋਂ ਤੁਹਾਡਾ ਆਪਣਾ ਸਿਸਟਮ ਵੀ ਫੇਲ ਹੋ ਜਾਂਦਾ ਹੈ। ਆ ਮੈਨੂੰ ਗੋਦੀ ਮੀਡੀਆ ਤੇ ਇੰਨੀ ਹੈਰਾਨੀ ਹੁੰਦੀ ਹੈ ਟਾਣਾ ਸਾਹਿਬ, ਕਿਸੇ ਨੇ ਵੀ ਮੈਨੂੰ ਲੱਗਦਾ ਇੱਕਾ ਦੁੱਕਾ ਨੂੰ ਛੱਡ ਕੇ ਹੋਰ ਕਿਸੇ ਨੇ ਵੀ ਪਤੰਜਲੀ ਵਾਲੀਆ ਖਬਰ ਦਿਖਾਈ ਵੀ ਉੱਥੇ ਵੀ ਇੰਨੇ ਜਣੇ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਆਪਣੀਆਂ ਖਬਰਾਂ ਤੁਸੀਂ ਫਟਾਫਟ ਲੁਕੋ ਲੈਂਦੇ ਹੋ, ਦੂਜੇ ਦੀਆਂ ਖਬਰਾਂ ਤੁਸੀਂ ਤੁਹਾਡੇ ਸੰਗ ਬਹਿ ਜਾਂਦੇ ਨੇ ਬੋਲ ਕੇ, ਉਦੋਂ ਤੁਹਾਨੂੰ ਸਮਝ ਨਹੀਂ ਆਉਂਦੀ ਵੀ ਅਸੀਂ ਕੀ ਕਰੀਏ ਕੀ ਨਾ। ਹਰ ਪਾਸੇ ਥੋੜਾ ਜਿਹਾ ਦਿਮਾਗ ਨੂੰ ਖੋਲ ਕੇ, ਕਿਉਂਕਿ ਇਸ ਵੇਲੇ ਜਦੋਂ ਮੌਤ ਸਾਹਮਣੇ ਦਿਖਦੀ ਹੈ ਨਾ ਤਾਂ ਉਹ ਇਹ ਨਹੀਂ ਦੇਖਦੀ ਕਿ ਇਹ ਬੰਦਾ ਭਾਜਪਾ ਦਾ ਹੈ, ਕਾਂਗਰਸ ਦਾ ਹੈ, ਬਸਪਾ ਦਾ ਹੈ, ਆਮ ਆਦਮੀ ਪਾਰਟੀ ਦਾ ਹੈ। ਉਦੋਂ ਉਹ ਬੰਦਾ ਹੁੰਦਾ ਹੈ। ਤੁਹਾਡੇ ਤਾੜੀਆਂ ਵਜਾਉਣ ਦੇ ਕਰਕੇ ਦੇਸ਼ ਦਾ ਨੁਕਸਾਨ ਹੋਇਆ ਜੀ, ਤੁਹਾਡੇ ਥਾਲੀਆਂ ਖੜਕਾਉਣ ਦੇ ਕਰਕੇ ਦੇਸ਼ ਦਾ ਨੁਕਸਾਨ ਹੋਇਆ, ਤੁਹਾਡੇ ਮੋਮਬੱਤੀਆਂ ਜਗਾ ਕੇ ਕਰੋਨਾ ਭਜਾਉਣ ਦਾ ਕਰਕੇ ਦੇਸ਼ ਦਾ ਨੁਕਸਾਨ ਹੋਇਆ। ਤੁਹਾਡੇ ਇੱਥੇ ਕਹਿੰਦੇ ਸੀਗੇ ਇੱਕ ਵੱਡੇ ਨੇਤਾ ਕਿ ਗੋ ਕਰੋਨਾ ਗੋ ਕਰੋਨਾ ਗੋ ਕਰੋਨਾ ਕਹਿਣ ਦੇ ਨਾਲ ਕਰੋਨਾ ਭੱਜਣ ਦਾ, ਆ ਕਿੱਥੇ ਭੱਜਿਆ ਤੁਹਾਡਾ ਫੁੱਫੜ? ਉਹ ਆਪ ਹੀ ਫੇਰ ਆ ਗਿਆ। ਕਰੋਨਾ ਪੋਜ਼ਿਟਿਵ ਪਾਏ ਗਏ ਸੀ ਜਿਹਨੇ ਇਹ ਨਾਰਾ ਦਿੱਤਾ ਸੀ। ਮੈਨੂੰ ਇਹ ਨਹੀਂ ਸਮਝ ਆਉਂਦੀ ਟਾਣਾ ਸਾਹਿਬ, ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਕੁਝ ਕੁ ਮੁਲਕ ਇਹੋ ਜਿਹੇ ਹੈਗੇ ਨੇ ਜਿਨ੍ਹਾਂ ਨੇ ਵਾਕਈ ਕਰੋਨਾ ਦੇ ਉੱਪਰ ਜਿੱਤ ਹਾਸਲ ਕੀਤੀ ਹੈ ਨਾ। ਅਸੀਂ ਉਹਨਾਂ ਮੁਲਕਾਂ ਤੋਂ ਕਿਉਂ ਨਹੀਂ ਸਿੱਖ ਰਹੇ? ਨਹੀਂ, ਜੇਕਰ ਆਪਾਂ ਇਹਨਾਂ ਨੂੰ ਅੰਨੇ ਭਗਤਾਂ ਨੂੰ ਇਹ ਗੱਲ ਕਹਿੰਦੇ ਨਾ ਵੀ ਦੇਖੋ ਦੇਸ਼ ਦੇ ਵਿੱਚ ਕਰੋਨਾ ਦੀ ਦੂਜੀ ਲਹਿਰ ਦੇ ਲਈ ਸਰਕਾਰ ਜ਼ਿੰਮੇਵਾਰ ਆ, ਉਹ ਕਹਿ ਦਿੰਦੇ ਜੀ ਦੇਖੋ ਤੁਸੀਂ ਫਲਾਣੇ ਦੇਸ਼ ਦੀ ਉਦਾਹਰਨ ਦਿੰਨੇ ਆ, ਉਹ ਦੇਸ਼ ਤਾਂ ਬਹੁਤ ਛੋਟਾ ਆਬਾਦੀ ਦੇ ਪੱਖ ਤੋਂ, ਭਾਰਤ ਹੈਗਾ ਇੰਨਾ ਵੱਡਾ, ਇਹ ਵੀ ਮੰਨ ਲਿਆ ਚਲੋ। ਆ ਚੀਨ ਦੇ ਵਿੱਚ ਕਰੋਨਾ ਸ਼ੁਰੂ ਹੋਇਆ ਤੇ ਉਹਦੀ ਆਬਾਦੀ ਵੀ ਸਾਡੇ ਤੋਂ ਵੱਧ ਆ, ਬਿਲਕੁਲ ਸਹੀ। ਉੱਥੇ ਕਰੋਨਾ ਮੁੱਕ ਗਿਆ ਜੇਕਰ, ਜਾਂ ਮੁੱਕਣ ਦੇ ਕੰਢੇ ਦੇ ਉੱਤੇ, ਫਿਰ ਭਾਰਤ ਦੇ ਵਿੱਚ ਕਿਉਂ ਨਹੀਂ ਮੁੱਕਿਆ? ਕਿਉਂਕਿ ਅਸੀਂ ਡਰਾਮੇ ਕੀਤੇ, ਅਸੀਂ ਸਿਰਫ ਮਨ ਕੀਆਂ ਬਾਤਾਂ ਕੀਤੀਆਂ, ਅਸੀਂ ਵੇਲੇ ਸਿਰ ਪ੍ਰਬੰਧ ਨਹੀਂ ਕੀਤੇ। ਸਾਨੂੰ ਚੋਣਾਂ ਦੇ ਚਾਹ ਚੜੇ ਸੀ, ਸਾਨੂੰ ਪਾਰਲੀਮੈਂਟ ਨਵੀਂ ਬਣਾਉਣ ਦਾ ਚਾਹ ਚੜਿਆ, ਸਾਨੂੰ ਆਪਦਾ ਬੰਗਲਾ ਨਵਾਂ ਬਣਾਉਣ ਦਾ ਚਾਹ ਚੜਿਆ। ਬਿਲਕੁਲ ਸਹੀ। ਨਾਲੇ ਤੁਸੀਂ ਨਾ ਉਹਨਾਂ ਲੋਕਾਂ ਨੂੰ ਇੱਕ ਬੇਨਤੀ ਹੈ ਕਿ ਪਿਛਲੇ 6 ਮਹੀਨਿਆਂ ਦੀਆਂ ਅਖਬਾਰਾਂ ਕੱਢ ਕੇ ਵੇਖ ਲਓ ਸਾਰੀ ਦੁਨੀਆ ਦੀਆਂ, ਤੇ ਉਹਦੇ ਵਿੱਚ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਊਗਾ ਕਿ ਜੋ ਗੱਲਾਂ ਭਾਰਤ ਦੇ ਵਿੱਚ ਹੋਈਆਂ ਨਾ ਪੂਰੀ ਦੁਨੀਆ ਦੇ ਕਿਸੇ ਕੋਨੇ ਦੇ ਵਿੱਚ ਨਹੀਂ ਹੋਈਆਂ। ਕਦੀ ਤੁਸੀਂ ਮਰਿਆਂ ਦੇ ਉੱਪਰ ਰਾਜਨੀਤੀ ਕਰਦੇ ਹੋ, ਕਦੀ ਕਹਿੰਦੇ ਹੋ ਥਾਲੀਆਂ ਖੜਕਾਓ, ਕਦੀ ਕਹਿੰਦੇ ਹੋ ਤਾੜੀਆਂ ਵਜਾਓ, ਕਦੀ ਕਹਿੰਦੇ ਹੋ ਦੀਵੇ ਬਾਲੋ, ਕਦੀ ਕਹਿੰਦੇ ਮੋਮਬੱਤੀਆਂ ਬਾਲੋ। ਕੀ ਕਿਸੇ ਵੀ ਹੋਰ ਮੁਲਕ ਨੇ ਇਹੋ ਜਿਹਾ ਕੋਈ ਕੰਮ ਕੀਤਾ? ਨਹੀਂ ਕੀਤਾ। ਉਹ ਤਾਂ ਵੀ ਕਿਤੇ ਨਾ ਕਿਤੇ ਜਿੱਤ ਹਾਸਲ ਕਰਨ ਵੱਲ ਨੂੰ ਵੱਧ ਰਹੇ ਨੇ ਕਰੋਨਾ ਦੇ ਉੱਪਰ, ਪਰ ਅਸੀਂ ਹਾਲੇ ਵੀ ਜਿਉਂ ਦਾ ਤਿਉਂ, ਇੱਕ ਉਹ ਹੁੰਦੀ ਹੈ ਨਾ ਵੀ ਜਿਹਦੇ ਵਿੱਚ ਆਪਾਂ ਧੱਸਦੇ ਹੀ ਜਾਂਦੇ ਆ, ਉਸੇ ਤਰੀਕੇ ਨਾਲ ਅਸੀਂ ਕਰੋਨਾ ਦੇ ਅੰਦਰ ਧੱਸਦੇ ਹੀ ਜਾ ਰਹੇ ਹਾਂ। ਬਿਲਕੁਲ। ਤੇ ਸੁਰਿੰਦਰ ਸਿੰਘ ਨੂੰ ਇੱਕ ਬੇਨਤੀ ਹੈ ਵਿਧਾਇਕ ਨੂੰ ਵੀ ਆਪਦੇ ਗਾਂ ਖੋਜਾਂ ਤੇ ਆਪਦੀਆਂ ਜਬਲੀਆਂ ਆਪਦੇ ਕੋਲ ਰੱਖ। ਸਵੇਰ ਦੇ ਵੇਲੇ ਉੱਠ ਕੇ ਕਹਿੰਦਾ ਨਿਰਣੇ ਕਾਲਜ 5 ਢੱਕਣ ਠੰਡੇ ਪਾਣੀ ਨਾਲ ਮੈਂ ਪੀਣਾ ਤੇ ਮੈਂ ਤਾਂ ਘੋੜੇ ਵਰਗਾ, ਕੱਲ ਨੂੰ ਜੇ ਤੂੰ ਢਿੱਲਾ ਹੋ ਗਿਆ ਹੋਰ ਵੀ ਕਿਸੇ ਦਾ ਪੀ ਲਈ, ਜੀ, ਕਿਸੇ ਨੂੰ ਕੋਈ ਇਤਰਾਜ਼ ਨਹੀਂ।
ਕਿਉਂਕਿ ਆਲੇ ਦੁਆਲੇ ਵੋਟਾਂ ਪਾਉਣ ਵਾਲੇ ਉਹਦਾ ਵੀ ਪੀ ਲਓ ਤੁਸੀਂ ਦੇਸ਼ ਦਾ ਮਜ਼ਾਕ ਬਣਾਇਆ। ਤੁਸੀਂ ਬਿਮਾਰੀ ਦੇ ਮੌਕੇ ਫਸੇ ਹੋਏ ਲੋਕਾਂ ਦਾ ਮਜ਼ਾਕ ਬਣਾਈ ਜਾਂਦੇ ਆ ਵੀ ਤੁਸੀਂ ਕਿਹੜੇ ਰਾਹ ਦੇ ਉੱਤੇ ਦੇਸ਼ ਨੂੰ ਤੋਰਿਆ। ਬਿਲਕੁਲ। ਜੱਜ ਦਾ ਵਿਚਾਰ। ਟਾਣਾ ਸਾਹਿਬ, ਹੁਣੇ ਮੈਂ ਜ਼ਿਕਰ ਕਰਕੇ ਹਟੀਆਂ ਵੀ ਪਿਛਲੇ 6 ਮਹੀਨਿਆਂ ਦੀਆਂ ਅਖਬਾਰਾਂ ਕੱਢ ਲਓ ਤੇ ਜੋ ਕੁਝ ਭਾਰਤ ਦੇ ਵਿੱਚ ਹੋਇਆ ਉਹਨੂੰ ਥੋੜੀ ਜਿਹੀ ਤੁਲਨਾ ਕਰਕੇ ਵੇਖੋ ਕਿ ਕੀ ਪੂਰੀ ਦੁਨੀਆ ਦੇ ਵਿੱਚ ਉਹ ਜਿਹੀ ਜਾਂ ਉਹਦੇ ਨਾਲ ਮਿਲਦੀ ਜੁਲਦੀ ਕੋਈ ਵੀ ਖਬਰ ਸਾਹਮਣੇ ਆਈ। ਸ਼ਰਮ ਨਾਲ ਸਿਰ ਨੀਵਾਂ ਹੋ ਜਾਂਦਾ ਹੈ ਜਦੋਂ ਕਿ ਸਾਡੇ ਲੋਕ ਇਹੋ ਜਿਹੀਆਂ ਹਰਕਤਾਂ ਕਰਦੇ ਨੇ। ਆ ਯੂਪੀ ਦੇ ਵਿੱਚ ਇੱਕ ਜ਼ਿਲ੍ਹਾ ਹੈ ਬਾਗਪਤ, ਉੱਥੇ ਇੱਕ ਗਰੋਹ ਫੜਿਆ ਗਿਆ ਟਾਣਾ ਸਾਹਿਬ। ਇਹ ਗਰੋਹ ਪਿਛਲੇ 10 ਸਾਲਾਂ ਤੋਂ ਇਹ ਕੰਮ ਕਰ ਰਿਹਾ ਸੀ, ਚਲੋ ਹੁਣੇ ਫੜਿਆ ਗਿਆ ਹੈ। ਇਹ ਕੀ ਕਰਦਾ ਸੀ, ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ, ਕਬਰਸਤਾਨਾਂ ਦੇ ਵਿੱਚ ਜਾ ਕੇ ਮੁਰਦਿਆਂ ਦੇ ਉੱਪਰ ਜਿਹੜਾ ਕੱਪੜਾ ਨਹੀਂ ਪਾਇਆ ਜਾਂਦਾ, ਕਫਨ ਜਿਹਨੂੰ ਆਪਾਂ ਕਹਿੰਦੇ ਆ, ਉਹ ਕਫਨ ਚੋਰੀ ਕਰਦੇ ਸੀ। ਮੁਰਦਿਆਂ ਦੇ ਪਾਏ ਹੋਏ ਕੱਪੜੇ ਚੋਰੀ ਕਰਦੇ ਸੀ, ਉਹਨਾਂ ਨੂੰ ਦੁਬਾਰਾ ਤੋਂ ਪ੍ਰੈਸ ਕਰਾ ਕੇ ਉਹਦੇ ਉੱਪਰ ਇੱਕ ਵਧੀਆ ਕੰਪਨੀ ਦਾ ਠੱਪਾ ਲਗਾ ਕੇ ਤੇ ਮੁੜ ਕੇ ਕੱਪੜਾ ਵਪਾਰੀਆਂ ਨੂੰ ਉਹ ਕੱਪੜਾ ਵੇਚਿਆ ਜਾਂਦਾ ਸੀ ਤੇ ਉਹ ਕੱਪੜਾ ਫਿਰ ਕੱਪੜਾ ਵਪਾਰੀ ਅੱਗੇ ਲੋਕਾਂ ਨੂੰ ਵੇਚਦੇ ਸੀ, ਜਿਹੜੇ ਦਫਨਾਏ ਜਾਂਦੇ ਲੋਕ ਉਹਨਾਂ ਦਾ। ਜੀ। ਔਰ ਹੁਣ ਇਹ ਤੁਸੀਂ ਵੇਖੋ ਕਿ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਇਹਨਾਂ ਨੇ ਇਹ ਕੰਮ ਛੱਡਿਆ ਨਹੀਂ। ਜਿਹੜੀਆਂ ਵੀ ਲਾਸ਼ਾਂ ਉੱਥੇ ਆਉਂਦੀਆਂ ਸੀ ਉਹਨਾਂ ਦੇ ਉੱਪਰ ਉਹਦੀ ਕੱਪੜੇ ਲਾ ਕੇ ਚੋਰੀ ਕਰਦੇ ਸੀ ਤੇ ਫਿਰ ਕੱਪੜਾ ਵਪਾਰੀਆਂ ਨੂੰ ਗਾਂ ਵੇਚਦੇ ਸੀ। ਜਿਹੜੇ ਕੱਪੜਾ ਵਪਾਰੀ ਇਹਨਾਂ ਨੂੰ 300 ਰੁਪਇਆ ਦਿਹਾੜੀ ਦਿੰਦੇ ਸੀ ਇਹ ਕੰਮ ਕਰਨ ਦੇ। ਤੇ ਹਾਲੇ ਭਾਰਤ ਦੇ ਵਿੱਚ ਰੱਬ ਵਸਦਾ ਜੀ। ਹਾਲੇ ਅਸੀਂ ਇਹ ਗੱਲ ਕਹਿੰਦੇ ਵੀ ਭਗਵਾਨ ਦੇ ਸਹਾਰੇ ਜਿਹੜਾ ਦੇਸ਼ ਚੱਲ ਰਿਹਾ, ਤੇ ਮੈਨੂੰ ਹੈਰਾਨੀ ਹੁੰਦੀ ਇਸ ਗੱਲ ਦੀ ਵੀ ਇਹਨਾਂ ਲੋਕਾਂ ਨੂੰ ਲਾਹਣਤਾਂ ਕਿਉਂ ਨਹੀਂ ਪਾਉਂਦੇ, ਇਹਨਾਂ ਲੋਕਾਂ ਨੂੰ ਸਜ਼ਾ ਕਿਉਂ ਨਹੀਂ ਮਿਲਦੀ, ਦੁਰ ਫਿਟੇ ਨੂੰ ਡੁੱਬ ਕੇ ਕਿਉਂ ਨਹੀਂ ਮਰਦੇ ਇਹ ਲੋਕ। ਜੀ, ਸਾਡੇ ਮਨਾਂ 'ਚੋਂ ਡਰ ਖੌਫ ਖਤਮ ਹੋ ਗਿਆ ਟਾਣਾ ਸਾਹਿਬ। ਪਿਛਲੇ ਦਿਨੀ ਪੰਜਾਬ ਦੇ ਇੱਕ ਹਸਪਤਾਲ ਦੇ ਵਿੱਚ ਜੋ ਕਰਤੂਤ ਵਾਪਰੀ ਆ ਆਪਾਂ ਉਹ ਸਾਂਝੀ ਕੀਤੀ ਸੀ। ਇੱਥੇ ਕਿਸੇ ਦੀ ਮੌਤ ਹੋ ਗਈ ਔਰਤ ਦੀ ਕਰੋਨਾ ਦੇ ਕਰਕੇ। ਜਦੋਂ ਕਿਸੇ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਜਿਹੜਾ ਉਹਦਾ ਸਮਾਨ ਹੁੰਦਾ, ਭਾਵੇਂ ਐਨਕ ਹੋਵੇ, ਮੋਬਾਈਲ ਹੋਵੇ, ਚਾਰਜਰ ਹੋਵੇ, ਪਾਣੀ ਵਾਲੀ ਬੋਤਲ ਹੋਵੇ, ਚੱਪਲਾਂ ਹੋਣ, ਕੋਈ ਸੋਟੀ ਹੋਵੇ, ਖੁੰਡੀ ਹੋਵੇ, ਉਹ ਸਾਰਾ ਕੁਝ ਵਾਪਸ ਕੀਤਾ ਜਾਂਦਾ। ਉਹਦੇ ਵਿੱਚ ਬਾਕੀ ਸਾਰਾ ਕੁਝ ਤਾਂ ਗੱਠੜੀ ਬੰਨ੍ਹ ਕੇ ਦੇਤਾ, ਪਰ ਉਹ ਔਰਤ ਦੇ ਉਸ ਬਜ਼ੁਰਗ ਦੇ ਕੰਨਾਂ ਦੇ ਕਾਂਟੇ ਲਾ ਲਏ, ਨੱਕ ਦਾ ਕੋਕਾ ਲਾ ਲਿਆ, ਉਹਦੇ ਜਿਹੜਾ ਉਂਗਲ ਦੇ ਵਿੱਚ ਪਾਇਆ ਸੀਗਾ ਛਾਪ ਛੱਲਾ ਉਹ ਵੀ ਮਾਤਾ ਦੇ ਲਾ ਲਿਆ। ਹੁਣ ਕਈ ਲੋਕ ਇਹ ਵੀ ਗੱਲ ਕਹਿ ਸਕਦੇ ਉੱਥੇ ਪਾਹੇ ਕਿਉਂ ਗਏ। ਹੁਣ ਜੇ ਅਚਾਨਕ ਬੰਦੇ ਨੂੰ ਕੋਈ ਵਿਪਤਾ ਆ ਜੇ, ਬੰਦੇ ਨੂੰ ਇਹ ਸੋਚਦਾ ਵੀ ਪਹਿਲਾਂ ਅਸੀਂ ਸਮਾਨ ਲਾ ਲਈਏ, ਬੰਦੇ ਨੂੰ ਇਹ ਹੁੰਦਾ ਵੀ 1 ਸਕਿੰਟ ਵੀ ਨਾ ਗਵਾਈਏ, ਅਸੀਂ ਇਹਨੂੰ ਲੈ ਜਾਈਏ ਹਸਪਤਾਲ ਦੇ ਵਿੱਚ। ਬਾਅਦ ਦੇ ਵਿੱਚ ਰੌਲਾ ਪੈ ਗਿਆ। ਹਸਪਤਾਲ ਵਾਲੇ ਅੱਜ ਤੱਕ ਮੰਨੇ ਨਹੀਂ ਵੀ ਅਸੀਂ ਲਾਇਆ ਜਾਂ ਸਾਡੇ ਕਰਮਚਾਰੀਆਂ ਨੇ ਲਾਇਆ। ਤੇ ਹੁਣ ਤੁਸੀਂ ਜਿਹੜੀ ਗੱਲ ਕਰਤੀ ਆ ਵੀ ਇਸ ਦੇਸ਼ ਦਾ ਬਣੂਗਾ ਕੀ। ਤੁਸੀਂ ਇਹ ਵੇਖੋ ਟਾਣਾ ਸਾਹਿਬ, ਇਹਨਾਂ ਬੰਦਿਆਂ ਦੇ ਕੋਲੋਂ ਪਤਾ ਨਹੀਂ ਕਿੰਨਾ ਚਿੱਟਾ ਕੱਪੜਾ ਫੜਿਆ ਗਿਆ, ਇਹਨਾਂ ਕੋਲੋਂ ਕਿੰਨੀਆਂ ਸ਼ਾਲਾਂ ਫੜੀਆਂ ਗਈਆਂ ਨੇ, ਧੋਤੀਆਂ ਫੜੀਆਂ ਗਈਆਂ ਨੇ, ਰੰਗੀਨ ਸ਼ਾਲਾਂ ਨੇ, 골ਡਨ ਸ਼ਾਲਾਂ ਨੇ, ਹਨਾ, ਇਦਾਂ ਕਿੰਨਾ ਸਾਰਾ ਸਮਾਨ ਇਹਨਾਂ ਦੇ ਕੋਲੋਂ ਫੜਿਆ ਗਿਆ ਹੈ। ਔਰ ਇਹ ਬੰਦੇ ਮੰਨੇ ਨੇ, ਕਹਿੰਦੇ ਪਿਛਲੇ 10 ਸਾਲਾਂ ਤੋਂ ਅਸੀਂ ਆਹੀ ਕੰਮ ਕਰ ਰਹੇ ਹਾਂ। ਉਹ ਦੁਕਾਨਦਾਰ ਵੀ ਕਿੰਨੇ ਘਟੀਆ, ਇਹ ਧਰਤੀ ਦੇ ਉੱਤੇ ਬੋਝ ਆ ਜਿਹੜੇ ਇਹ ਕੁਝ ਕਰਾਉਂਦੇ ਆ। ਤੇ ਇਹ ਲਾਹਣਤੀ ਜਿਹੜੇ ਕਰਦੇ ਆ, ਪਤਾ ਨਹੀਂ, ਮੈਂ ਤਾਂ ਅੱਗੇ ਹੀ ਸੁਣਦੀ ਹੁੰਦੀ ਸੀ ਟਾਣਾ ਸਾਹਿਬ। ਫਿਰ ਉੱਥੇ ਗੱਲ ਆ ਗਈ, ਇਹ ਸੂਬਾ ਉਹ ਆ ਜਿਹਨੂੰ ਰਾਮ ਰਾਜ ਕਹਿੰਦੇ ਆ, ਉਸ ਸੂਬੇ ਦੇ ਵਿੱਚ ਸਾਰਾ ਕੁਝ ਹੋ ਰਿਹਾ। ਮੈਨੂੰ ਯਾਦ ਹੈ ਨਿੱਕੀ ਹੁੰਦੀ ਸੀ ਨਾ ਤੇ ਬੜਾ ਡਰ ਲੱਗਣਾ ਕਿਤੇ ਕਬਰਸਤਾਨ ਦੇ ਮੋਹਰ ਦੀ, ਸ਼ਮਸ਼ਾਨ ਘਾਟ ਦੇ ਮੋਹਰ ਦੀ ਲੰਘਣ ਲੱਗਿਆ, ਹਨਾ। ਤੇ ਉਦੋਂ ਆਮ ਹੀ ਅਸੀਂ ਸੁਣਦੇ ਆ ਘਰਦਿਆਂ ਦੇ ਕੋਲੋਂ ਵੀ ਕਿ ਕੋਈ ਵੀ ਬੰਦਾ ਆਲੇ ਦੁਆਲੇ ਘਰ ਵੀ ਨਹੀਂ ਸੀ ਪਾਉਂਦਾ ਹੁੰਦਾ, ਹਨਾ, ਵੀ ਡਰ ਲੱਗਦਾ ਹੁੰਦਾ ਸੀ, ਇੱਕ ਮਨ 'ਚ ਸਹਿਮ ਹੁੰਦਾ ਸੀ, ਰੱਬ ਦਾ ਡਰ ਸੀ ਉਦੋਂ। ਪਰ ਅੱਜ ਸ਼ਮਸ਼ਾਨ ਘਾਟਾਂ ਦੇ ਵਿੱਚ ਚੋਰੀਆਂ ਹੋ ਰਹੀਆਂ ਨੇ, ਅਸੀਂ ਕਿੱਥੇ ਲੇਖੇ ਦਿਆਂਗੇ। ਪਤਾ ਨਹੀਂ ਇਹਨਾਂ ਲੋਕਾਂ ਨੂੰ ਰਾਤ ਨੂੰ ਨੀਂਦ ਕਿਵੇਂ ਆਉਂਦੀ ਹੈ। ਅੰਨੀ ਭਗਤੀ ਵਾਲੇ ਲੋਕਾਂ ਨੂੰ ਮੇਰੀ ਬੇਨਤੀ ਆ ਹੱਥ ਜੋੜ ਕੇ ਵੀ ਤੁਹਾਨੂੰ 21 ਤੋਪਾਂ ਦੀ ਵੈਸੇ ਹੀ ਸਲਾਮੀ ਵੀ ਤੁਸੀਂ ਹਾਲੇ ਵੀ ਇਹਨਾਂ ਲੋਕਾਂ ਨੂੰ ਚੰਗੇ ਕਹਿੰਦੇ ਆ, ਪਰ ਬੇਨਤੀ ਆ ਇਹ ਮਾੜਾ ਜਿਹਾ ਦਿਮਾਗ ਦਾ ਬੂਹਾ ਖੋਲ ਕੇ ਸੋਚਿਓ, ਇਹ ਧਰਮ ਨੂੰ ਵੀ ਅਪਵਿੱਤਰ ਕਰ ਰਹੇ ਆ, ਇਹ ਦੇਵੀ ਦੇਵਤਿਆਂ ਦੀ ਵੀ ਬਦਨਾਮੀ ਕਰਵਾ ਰਹੇ ਆ। ਇਹ ਦੇਵੀ ਦੇਵਤਿਆਂ ਦੇ ਨਾਂ ਦੇ ਉੱਤੇ ਕਹਿ ਦਿੰਦੇ ਆ ਸੂਬਾ ਰੱਖਤਾ, ਆ ਦੁਕਾਨ ਰੱਖਤੀ, ਆ ਅਸੀਂ ਧਰਮਸ਼ਾਲਾ ਬਣਾਤੀ, ਆ ਫਲਾਣਾ ਕਰਤਾ, ਆ ਸਾਡੀ ਫਲਾਣੀ ਯੋਜਨਾ। ਇਹ ਤਾਂ ਅਸਲ ਦੇ ਵਿੱਚ ਧਰਮ ਦੀ ਬੇਅਦਬੀ ਕਰ ਰਹੇ ਆ, ਇਹ ਤਾਂ ਦੇਵੀ ਦੇਵਤਿਆਂ ਦੇ ਨਾਲ ਮਾੜਾ ਸਲੂਕ ਕਰ ਰਹੇ ਆ। ਇਸ ਕਰਕੇ ਮਾੜਾ ਜਿਹਾ ਪਛਾਣੋ, ਆਪਦੀਆਂ ਅੱਖਾਂ ਤੋਂ ਖੋਪੇ ਲਾਓ। ਜੱਜ ਦਾ ਵਿਚਾਰ। ਤੇ ਹੁਣ ਅਗਲੀਆਂ ਖਬਰਾਂ ਵੱਲ ਵਧੀਏ। ਬਿਲਕੁਲ ਹਰਮਨ ਜੀ, ਪੰਜਾਬ ਦੀ ਰਾਜਨੀਤੀ ਵੀ ਗਰਮਾਈ ਹੋਈ ਆ। 4.25 ਸਾਲ ਹੋ ਗਏ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਨੂੰ ਆਇਆ ਜੀ। ਕਿੱਥੇ ਇਨਸਾਫ ਮਿਲਿਆ? ਸਵਾਲ ਤਾਂ ਇਹ ਆ। ਇਹ ਇਕੱਲਾ ਮੈਂ ਨਹੀਂ ਕਹਿੰਦਾ, ਪੂਰਾ ਪੰਜਾਬ ਕਹਿੰਦਾ, ਦੁਨੀਆ ਦੇ ਵਿੱਚ ਵਸਦਾ ਹਰ ਪੰਜਾਬੀ ਕਹਿੰਦਾ ਵੀ ਇਨਸਾਫ ਨਾਂ ਦੀ ਚਿੜੀ ਹੈ ਕਿੱਥੇ। ਇਨਸਾਫ ਨਾਂ ਦੀ ਚਿੜੀ ਦੇ ਖੰਭ ਪੱਟ ਦਿੱਤੇ ਗਏ ਆ, ਕਿਉਂਕਿ ਆਏ ਸੀ ਸੱਤਾ ਦੇ ਵਿੱਚ ਇਹ ਗੱਲ ਕਹਿ ਕੇ ਵੀ ਅਸੀਂ ਤਾਂ ਜੀ ਨਸ਼ੇ ਖਤਮ ਕਰ ਦਿਆਂਗੇ, ਅਸੀਂ ਤਾਂ ਜੀ ਬੇਅਦਬੀ ਕਾਂਡ ਦੇ ਵਿੱਚ ਇਨਸਾਫ ਦੇਵਾਂਗੇ, ਦੋਸ਼ੀ ਹੋਣਗੇ ਸਿੱਖਾਂ ਦੇ ਪਿੱਛੇ। ਪਰ ਨਿੱਤ ਦਿਨ ਇਹ ਸਵਾਲ ਉੱਠਦਾ, ਹੁਣ ਇੱਕ ਨਵੀਂ SIT ਬਣ ਗਈ ਹੈ ਕੋਟਕਪੂਰਾ ਗੋਲੀ ਕਾਂਡ ਦੇ ਮਾਮਲੇ ਤੇ। ਕਹਿੰਦੇ ਵੀ 6 ਮਹੀਨੇ ਦੇ ਅੰਦਰ ਅੰਦਰ ਇਹ ਸਾਰਾ ਜਿਹੜਾ ਨਾ ਕੁਝ ਇਕੱਠਾ ਕਰਕੇ ਸਬੂਤ ਦੇ ਤੌਰ ਦੇ ਉੱਤੇ ਪੜਤਾਲ ਕਰਕੇ ਦੇਊਗੀ। ਪਰ ਹੁਣ ਸਵਾਲ ਇਹ ਪੈਦਾ ਹੁੰਦਾ, 6 ਮਹੀਨੇ ਬਾਅਦ ਹੋ ਸਕਦਾ ਚੋਣ ਜ਼ਾਬਤਾ ਲਾਗੂ ਹੋ ਜੇ ਤੇ ਫਿਰ ਇਹ ਮਸਲਾ ਉੱਥੇ ਦਾ ਉੱਥੇ ਰਹਿ ਗਿਆ। ਪਰ ਕੈਪਟਨ ਅਮਰਿੰਦਰ ਸਿੰਘ ਨੇ ਗੱਲ ਕਹੀ ਹੈ ਕਿ 6 ਮਹੀਨੇ ਤਾਂ ਵੱਧ ਤੋਂ ਵੱਧ ਆ, ਹੋ ਸਕਦਾ 2 ਮਹੀਨੇ ਦੇ ਵਿੱਚ ਹੀ ਆਪਣੀ ਜਾਂਚ ਪੜਤਾਲ ਮੁਕੰਮਲ ਕਰ ਦੇਣ। ਪਰ
ਇੱਕ ਥਾਂ ਦੇ ਉੱਤੇ ਨਵਜੋਤ ਸਿੱਧੂ ਸਹੀ ਵੀ ਹੈ, ਸਹੀ ਨੂੰ ਸਹੀ ਵੀ ਕਹਿਣਾ ਚਾਹੀਦਾ ਜਿੱਥੇ ਉਹਦੀ ਗੱਲ ਸਹੀ ਹੋਵੇ। ਉਹ ਕਹਿੰਦਾ ਵੀ ਵਾਰ-ਵਾਰ ਇੱਕੋ ਗੱਲ ਨੂੰ ਪੁੱਛੀ ਜਾਣਾ, ਵਾਰ-ਵਾਰ ਇੱਕੋ ਮਸਲੇ ਦੇ ਉੱਤੇ ਪੜਤਾਲ ਕਰੀ ਜਾਣਾ, ਇਹ ਵੀ ਸਬੂਤਾਂ ਨੂੰ ਮਿਟਾਉਣ ਵਾਲੀ ਗੱਲ ਹੈ ਤੇ ਇਹ ਵੀ ਮਸਲੇ ਨੂੰ ਘਟਾਉਣ ਵਾਲੀ ਗੱਲ ਹੈ। ਮੰਨ ਲਓ ਵੀ ਮੈਂ ਅੱਜ ਤੁਹਾਡੇ ਕੋਲੋਂ ਕਿਸੇ ਗੱਲ ਦੀ ਪੜਤਾਲ ਕਰਦਾ, 2 ਸਾਲ ਬਾਅਦ ਮੈਂ ਫਿਰ ਤੁਹਾਡੇ ਕੋਲੇ ਆ ਜਾ, ਸਾਲ ਬਾਅਦ ਮੈਂ ਤੁਹਾਡੇ ਕੋਲੇ ਫੇਰ ਆ ਜਾ, 2 ਸਾਲਾਂ ਬਾਅਦ ਮੈਂ ਤੁਹਾਡੇ ਕੋਲੇ ਫੇਰ ਆ ਜਾ, 6 ਮਹੀਨਿਆਂ ਬਾਅਦ ਮੈਂ ਤੁਹਾਡੇ ਕੋਲੇ ਫੇਰ ਆ ਜਾ, ਤੇ ਇਹਦੇ ਵਿੱਚ ਤਾਂ ਮਤਲਬ ਇਹ ਹੈ ਵੀ ਗੱਲ ਉਰੇ ਪਰੇ ਹੋ ਹੀ ਜਾਂਦੀ ਹੈ। ਤੁਸੀਂ ਕਿਹੜਾ ਰਿਕਾਰਡ ਕਰਕੇ ਰੱਖੀ ਆ? ਕੋਈ ਗਵਾਹ ਮੁੱਕਰ ਜਾਂਦਾ, ਕੋਈ ਕਿਵੇਂ ਕਹਿ ਦਿੰਦਾ, ਉਹ ਕਿਵੇਂ ਕਹਿ ਦਿੰਦਾ, ਤਾਂ ਮਸਲਾ ਕਿੱਥੇ ਆ? ਬਿਲਕੁਲ ਸਹੀ ਗੱਲ ਹੈ, ਪਰ ਗੱਲ ਇਹ ਹੈ ਟਾਣਾ ਸਾਹਿਬ ਕਿ ਇਸ ਵੇਲੇ ਸਵਾਲ ਹੋਰ ਵੀ ਬਹੁਤ ਖੜੇ ਹੋ ਰਹੇ ਨੇ, ਕਿਉਂਕਿ ਲੋਕਾਂ ਦਾ ਇਹ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਹੁਣ ਜਾ ਕੇ ਸਾਰੇ ਮਸਲੇ ਕਿਉਂ ਚੇਤੇ ਆ ਰਹੇ ਨੇ, ਹੁਣ ਜਾ ਕੇ ਉਹ ਵਾਰ-ਵਾਰ ਇਹ ਗੱਲਾਂ ਕਿਉਂ ਕਰ ਰਹੇ ਨੇ, ਹੁਣ ਜਾ ਕੇ ਸਿੱਧੇ ਨਿਸ਼ਾਨੇ ਪੰਜਾਬ ਸਰਕਾਰ ਦੇ ਉੱਪਰ ਕਿਉਂ ਲਗਾਏ ਜਾ ਰਹੇ ਨੇ, ਕਿ ਇਹਦੇ ਪਿੱਛੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਆਪਣਾ ਕੋਈ ਲਾਲਚ ਤਾਂ ਨਹੀਂ। ਦੇਖੋ ਬਾਕੀ ਸਾਰੀਆਂ ਗੱਲਾਂ ਇੱਕ ਬੰਨੇ ਨੇ, ਪਰ ਮੈਨੂੰ ਲੱਗਦਾ ਹੈ ਕਿ ਜੋ ਸਹੀ ਹੈ ਜੋ ਗਲਤ ਹੈ ਉਹਦੀ ਗੱਲ ਜ਼ਰੂਰ ਹੋਣੀ ਚਾਹੀਦੀ ਹੈ। ਉਹਨਾਂ ਦੀ ਗੱਲ ਇਸ ਵੇਲੇ ਆਪਣੀ ਥਾਂ ਦੇ ਉੱਪਰ ਬਿਲਕੁਲ ਸਹੀ ਹੈ, ਪਰ ਹਾਂ ਦੇਰੀ ਜ਼ਰੂਰ ਕਰ ਦਿੱਤੀ ਉਹਨਾਂ ਨੇ। ਬਿਲਕੁਲ, ਤੇ ਮੈਨੂੰ ਤੇ ਇਉਂ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਕਹਿੰਦੇ ਹੋਣੇ, ਅਰਦਾਸ ਕਰਦੇ ਹੋਣੇ ਆ ਵੀ ਜੇਕਰ ਕੰਗਣਾ ਰਣੌਤ ਦਾ ਟਵਿੱਟਰ ਖਾਤਾ ਡਿਲੀਟ ਹੋ ਗਿਆ, ਰੱਬਾ ਇਹਦਾ ਵੀ ਕਰਵਾ ਦੇ। ਕਿਉਂਕਿ ਨਿੱਤ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਤੇ ਆਪਣੀ ਸਰਕਾਰ ਦੇ ਉੱਤੇ ਸਵਾਲ ਖੜੇ ਕਰਦੇ ਆ। ਹੁਣ ਉਹਨਾਂ ਨੇ ਇਹ ਵੀ ਸਵਾਲ ਕੀਤਾ ਬਈ ਇਸ ਵੇਲੇ ਵੀ ਅਫਸਰਸ਼ਾਹੀ ਬਾਦਲਾਂ ਨੇ ਕਹਿਣ ਦੇ ਉੱਤੇ ਕੰਮ ਕਰਦੀ ਆ ਤੇ ਸਾਡੀ ਸਰਕਾਰ ਦੀ ਕਿਤੇ ਕੋਈ ਪੁੱਛ ਪ੍ਰਤੀਤ ਨਹੀਂ ਹੋਈ। ਕੈਪਟਨ ਅਮਰਿੰਦਰ ਸਿੰਘ ਨੇ ਅੰਦਰ ਖਾਤੇ ਕਈ ਕੁਝ ਮਿਲ ਕੇ ਕੀਤਾ। ਸੋ ਕੁਝ ਲੋਕ ਇਹ ਗੱਲ ਲਿਖਦੇ ਥੱਲੇ ਕਮੈਂਟਾਂ ਦੇ ਵਿੱਚ ਕਿ ਸਿੱਧੂ ਨੇ ਬਿਲਕੁਲ ਸਹੀ ਗੱਲ ਕਹੀ, ਕਈ ਲੋਕ ਕਹਿੰਦੇ ਆਮ ਆਦਮੀ ਪਾਰਟੀ ਚਲਾ ਜਾਵੇ, ਕਈ ਲੋਕ ਕਹਿੰਦੇ ਮੌਕਾ ਪ੍ਰਸਤਾ, ਕਈ ਲੋਕ ਕਹਿੰਦੇ ਵੀ ਇਹਨੂੰ ਹੋਣੀ ਚੇਤੇ ਆਇਆ। ਸਭ ਦੇ ਆਪੋ ਆਪਣੇ ਵਿਚਾਰ। ਬਿਲਕੁਲ ਸਹੀ ਗੱਲ ਹੈ, ਪਰ ਟਾਣਾ ਸਾਹਿਬ ਵੈਸੇ ਜੇਕਰ ਗੱਲ ਕੀਤੀ ਜਾਏ, ਤੁਹਾਨੂੰ ਲੱਗਦਾ ਹੈ ਕਿ ਇਸ ਮਸਲੇ ਦੇ ਵਿੱਚ ਕੋਈ ਹੱਲ ਨਿਕਲੂਗਾ? ਦੇਖੋ, ਹੱਲ ਤਾਂ ਨਿਕਲਣਾ ਚਾਹੀਦਾ ਸੀ ਹੁਣ ਤੱਕ। 6.25 ਸਾਲ ਤੋਂ ਉੱਤੇ ਦਾ ਵਕਤ ਹੋ ਗਿਆ। ਹੁਣ ਇਸ ਇਨਸਾਫ ਦੇ ਮਾਮਲੇ ਦੇ ਵਿੱਚ ਬਾਕੀ ਕੀ ਆ? ਪਹਿਲਾਂ ਤਾਂ ਗੱਲ ਇਹ ਆ, ਤੁਹਾਡੇ ਮਨ ਦੇ ਵਿੱਚ ਕਿ ਇੱਛਾ ਹੁੰਦੀ ਹੈ ਕਿ ਮੈਨੂੰ ਵੇਲੇ ਸਿਰ ਇਨਸਾਫ ਮਿਲੇ। ਜਿਹਨੇ ਵੀ ਸਾਡੇ ਨਾਲ ਜੋ ਵਾਅਦਾ ਕੀਤਾ ਉਹ ਵੇਲੇ ਸਿਰ ਉਸ ਵਾਅਦੇ ਨੂੰ ਪੂਰਾ ਕਰਕੇ ਦਿਖਾਵੇ। ਪਰ ਜੇਕਰ ਫਿਰ ਇਹ ਚੋਣ ਦੇ ਮਾਮਲੇ 'ਚ ਭੰਬਲ ਭੂਸਾ ਜਿਹਾ ਪੈਦਾ ਕਰ ਦੇਵੇ, ਮੈਂ ਤੁਹਾਨੂੰ ਇੱਕ ਅੱਗੇ ਵੀ ਗੱਲ ਕਹੀ ਸੀ ਵੀ ਇਹ ਮਾਮਲਾ ਬਿਲਕੁਲ ਉਵੇਂ ਬਣਾਤਾ ਜਿਵੇਂ SYL ਦਾ। ਇਹ ਮਾਮਲਾ ਉਵੇਂ ਬਣ ਗਿਆ ਜਿਵੇਂ 1984 ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਵਾਂਗੇ। ਇਹ ਬਿਲਕੁਲ ਉਵੇਂ ਆ ਵੀ ਜਿਵੇਂ ਚੰਡੀਗੜ੍ਹ ਪੰਜਾਬ ਦਾ ਹੋਊਗਾ। ਇਹ ਉਵੇਂ ਮੁੱਦਾ ਬਣਾ ਕੇ ਰੱਖ ਦਿੱਤਾ ਗਿਆ, ਇਹਦਾ ਹੱਲ ਨਹੀਂ ਛੇਤੀ ਕਿਤੇ ਕੱਢਣਾ। ਪਰ ਗੱਲ ਇਹ ਆ ਵੀ ਪੰਜਾਬ ਦੇ ਲੋਕ ਆ ਜਿਹੜੇ, ਉਹ ਜੋ ਚਾਹੁੰਦੇ ਆ ਉਹਨਾਂ ਦੀਆਂ ਇੱਛਾਵਾਂ ਦੀ ਪੂਰਤੀ ਹੋਣੀ ਚਾਹੀਦੀ ਸੀ। ਤੇ ਜੇਕਰ ਹੁਣ ਵੀ ਆਪਾਂ ਝੱਡੀ ਜੀ ਚੱਕ ਕੇ ਕਦੇ ਇਉਂ ਨੂੰ ਤੁਰ ਪਏ, ਕਦੇ ਇਉਂ ਨੂੰ ਤੁਰ ਪਏ, ਤਾਂ ਫਿਰ ਆਪਾਂ ਇਸੇ ਲਾਇਕ ਹੀ ਆ। ਬਿਲਕੁਲ ਸਹੀ। ਲੋਕ ਨਹੀਂ ਸਿੱਖਦੇ ਟਾਣਾ ਸਾਹਿਬ। ਲੋਕ ਬੜੀ ਹੈਰਾਨੀ ਹੁੰਦੀ ਹੈ ਕਿ ਅੱਜ ਵੀ ਜਿੱਧਰ ਨੂੰ ਜੀ ਕਰਦਾ ਉਧਰ ਨੂੰ ਤੁਰ ਪੈਂਦੇ ਨੇ, ਸਾਰੀਆਂ ਗੱਲਾਂ ਭੁਲਾ ਬੈਠੇ ਨੇ, ਸਾਰੀਆਂ ਚੀਜ਼ਾਂ ਨੂੰ ਪਿੱਛੇ ਛੱਡ ਕੇ ਉਹ ਫਿਰ ਝੰਡੀਆਂ ਚੁੱਕ ਕੇ ਤੇ ਤੁਰ ਪੈਂਦੇ ਨੇ। ਪਤਾ ਨਹੀਂ ਸਾਡੇ ਲੋਕਾਂ ਨੂੰ ਸਮਝ ਅਸੀਂ ਕਿਸੇ ਪਾਰਟੀ ਦੇ ਵਿਰੁੱਧ ਨਹੀਂ ਗਏ। ਜਿਹਨੂੰ ਤੁਹਾਡਾ ਚਿੱਤ ਕਰਦਾ ਵੋਟ ਪਾਓ, ਜਿਹਨੂੰ ਨਹੀਂ ਚਿੱਤ ਕਰਦਾ ਨਾ ਪਾਓ। ਪਰ ਇਹ ਗੱਲ ਜ਼ਰੂਰ ਸੋਚੋ ਵੀ ਜਿਹੜੀ ਵੀ ਪਾਰਟੀ ਨੂੰ ਤੁਹਾਡੇ ਪਿਤਾ, ਤੁਹਾਡਾ ਦਾਦਾ ਜਾਂ ਤੁਸੀਂ ਜਾਂ ਤੁਹਾਡੇ ਬੱਚੇ ਪਾਉਂਦੇ ਆ ਵੋਟ, ਉਸ ਪਾਰਟੀ ਨੇ ਤੁਹਾਡੇ ਲਈ, ਤੁਹਾਡੇ ਪਿੰਡ ਦੇ ਲਈ, ਤੁਹਾਡੇ ਪਰਿਵਾਰ ਦੇ ਲਈ, ਤੁਹਾਡੇ ਦੇਸ਼ ਦੇ ਲਈ ਕੀਤਾ ਕੀ ਹੈ। ਜੇ ਤਾਂ ਕੀਤਾ ਬਹੁਤ ਕੁਝ, ਫਿਰ ਤਾਂ ਪਾਉਣੀ ਹੀ ਉਹਨੂੰ ਚਾਹੀਦੀ ਆ। ਤੇ ਜੇਕਰ ਨਹੀਂ ਕੁਝ ਕੀਤਾ ਤਾਂ ਫਿਰ ਲਾਹਨਤ ਤੁਹਾਡੇ ਤੇ ਹੀ ਆ, ਉਹਨਾਂ ਦੇ ਉੱਤੇ ਬਾਅਦ ਦੇ ਵਿੱਚ। ਜੱਜ ਦਾ ਵਿਚਾਰ। ਹਰਮਨ ਜੀ, ਬੰਦੇ ਨੂੰ ਨਾ ਗੈਰਤਮੰਦ ਹੋਣਾ ਚਾਹੀਦਾ। ਜ਼ਿੰਦਗੀ ਦੇ ਵਿੱਚ ਮਾੜਾ ਮੋਟਾ ਕੋਈ ਸਟੈਂਡ ਹੋਣਾ ਚਾਹੀਦਾ ਬੰਦੇ ਦਾ ਕਿ ਮੈਂ ਇਧਰਲੇ ਪਾਸੇ ਖੜਾ ਆ ਨਾ। ਘੁੰਮ ਕੇ ਜਿਹੜਾ ਵੀ ਕਦੇ ਇਉਂ ਨੂੰ ਹੋ ਗਏ, ਕਦੇ ਇਉਂ ਨੂੰ ਹੋ ਗਏ। ਬੰਦੇ ਨੂੰ ਜ਼ਿੰਦਗੀ ਦੇ ਵਿੱਚ ਥਾਲੀ 'ਚ ਪਏ ਬੈਂਗਣ ਵਰਗਾ ਨਹੀਂ ਹੋਣਾ ਚਾਹੀਦਾ। ਰੁੜ ਕੇ ਇਉਂ ਨੂੰ ਚਲਾ ਗਿਆ, ਰੁੜ ਕੇ ਇਉਂ ਨੂੰ ਚਲਾ ਗਿਆ। ਨਾ ਥਾਲੀ 'ਚ ਪਏ ਪਾਣੀ ਵਰਗਾ ਹੋਣਾ ਚਾਹੀਦਾ, ਕਦੇ ਇਉਂ ਨੂੰ ਹੋ ਗਿਆ, ਕਦੇ ਇਉਂ ਨੂੰ ਹੋ ਗਿਆ। ਜਿਹੜੇ ਲੋਕ ਇੱਕ ਥਾਂ ਦੇ ਉੱਤੇ ਲੱਤ ਗੱਡ ਕੇ ਰੱਖਦੇ ਆ, ਉਹਨਾਂ ਦੀ ਗੱਲ ਛਿੜਦੀ ਆ। ਬਿਲਕੁਲ ਸਹੀ ਹੈ, ਉਹਨਾਂ ਦੀ ਬਾਤ ਪੈਂਦੀ ਆ, ਉਹਨਾਂ ਨੂੰ ਸਦਾ ਹੀ ਸਲਾਮ ਹੁੰਦੀ ਹੈ ਟਾਣਾ ਸਾਹਿਬ। ਔਰ ਇਹਦੇ ਲਈ ਹਮੇਸ਼ਾ ਲੋਕ ਗਵਾਹ ਬਣਦੇ ਨੇ ਕਿ ਇਸ ਬੰਦੇ ਨੇ ਕੋਈ ਸਟੈਂਡ ਰੱਖਿਆ ਸੀ, ਇਸ ਬੰਦੇ ਨੇ ਆਪਣਾ ਕੋਈ ਪੱਖ ਰੱਖਿਆ ਸੀ। ਕਿਸਾਨਾਂ ਨੇ ਸਟੈਂਡ ਲਿਆ ਹੋਇਆ ਨਾ, ਆਉਣ ਨੂੰ ਤਾਂ ਉਹ ਵੀ ਆ ਸਕਦੇ ਆ, ਉਹਨਾਂ ਦੇ ਵੀ ਪਰਿਵਾਰਕ ਜੀ ਉਡੀਕਦੇ ਆ। ਜਿਹੜੀਆਂ ਔਰਤਾਂ ਉੱਥੇ ਬੈਠੀਆਂ, ਉਹਨਾਂ ਦਾ ਵੀ ਚਿੱਤ ਕਰਦਾ ਕਿ ਅਸੀਂ ਆਪਦੇ ਘਰ ਦੇ ਵਿੱਚ ਜਾ ਕੇ ਚੁੱਲ੍ਹੇ ਚੌਂਕੇ ਦਾ ਕੰਮ ਕਰੀਏ, ਅਸੀਂ ਵੀ ਜਾ ਕੇ ਮੰਜੇ ਦੇ ਉੱਤੇ ਪਿੱਠ ਲਾਗੇ, ਅਸੀਂ ਵੀ ਨਿਆਣਿਆਂ ਨਿੱਕਿਆਂ ਦੇ ਵਿੱਚ ਬੈਠੀਏ। ਪਰ ਡਟੇ ਹੋਏ ਆ ਨਾ, ਸਟੈਂਡ ਤਾਂ ਸਟੈਂਡ ਆ। ਜੇਕਰ ਇੱਕ ਗਲਤ ਕਰਕੇ ਧਿਰ ਵੀ ਆਪਦਾ ਸਟੈਂਡ ਲਈ ਬੈਠੀ ਆ, ਤਾਂ ਇਧਰ ਸਹੀ ਕਰਕੇ ਵੀ ਸਟੈਂਡ ਨਾ ਲੱਗੇ, ਕਿਵੇਂ ਹੋ ਸਕਦਾ? ਰਣਜੀਤ ਬਾਵਾ ਤੇ ਤਰਸੇਮ ਜੱਸੜ ਦੇ ਬਾਰੇ ਖਬਰ ਆਈ ਆ। ਇੱਕ ਟੀਵੀ ਚੈਨਲ ਚੱਲਦਾ ਹੈਗਾ ਪੰਜਾਬੀ ਦੇ ਵਿੱਚ, ਉਹ ਜੀ ਗਰੁੱਪ ਵਾਲਿਆਂ ਦਾ। ਉਹ ਪੰਜਾਬੀਆਂ ਨੂੰ ਮੁੱਖ ਰੱਖ ਕੇ ਤੇ ਚਲਾਉਂਦੇ ਆ। ਉਹਦੇ ਵਿੱਚ ਵੱਖ-ਵੱਖ ਕਲਾਕਾਰਾਂ ਦੀਆਂ ਮੁਲਾਕਾਤਾਂ ਹੁੰਦੀਆਂ, ਇੰਟਰਵਿਊ ਹੁੰਦੀਆਂ। ਉਹਨਾਂ ਨੇ ਪਹਿਲਾਂ ਤਰਸੇਮ ਜੱਸੜ ਨਾਲ ਸੰਪਰਕ ਕੀਤਾ ਵੀ ਭਾਈ ਅਸੀਂ ਤੇਰੀ ਇੰਟਰਵਿਊ ਕਰਨੀ ਚਾਹੁੰਦੇ ਆ। ਉਹਨੇ ਚਿੱਟਾ ਜਵਾਬ ਦਿੱਤਾ, ਕਹਿੰਦਾ ਬਿਲਕੁਲ ਗਲਤ। ਵਾਹ, ਤੁਸੀਂ ਉਹ ਲੋਕ ਹੋ, ਤੁਹਾਡਾ ਉਹ ਚੈਨਲ ਆ ਜਿਹੜਾ ਕਿ ਕਿਸਾਨਾਂ ਨੂੰ ਅੱਤਵਾਦੀ ਕਹਿੰਦਾ। ਬਿਲਕੁਲ ਸਹੀ। ਮੈਂ ਬਿਲਕੁਲ ਨਹੀਂ ਆਉਣਾ, ਮੇਰਾ ਤੁਹਾਡੇ ਬਿਨਾਂ ਸਰਦਾ, ਸ਼ਾਇਦ ਤੁਹਾਡਾ ਮੇਰੇ ਬਿਨਾਂ ਵੀ ਸਰਦਾ ਹੋਵੇ। ਜਦੋਂ ਆਪਣੇ ਰਾਹ ਅੱਡ-ਅੱਡ ਆ, ਤੁਸੀਂ ਕੁਝ ਹੋਰ ਸੋਚਦੇ ਆ ਕਿਸਾਨੀ ਬਾਰੇ। ਇਉਂ ਥੋੜੀ ਆ ਵੀ ਉਧਰ ਜਾ ਕੇ ਮੈਂ ਬਾਰਡਰ ਤੇ ਕਹਾਂ ਕਿ ਕਿਸਾਨੀ ਦੇ ਹੱਕ ਲੈ ਕੇ ਰਹਾਂਗੇ।
ਤੇ ਇੱਧਰ ਆ ਕੇ ਮੈਂ ਤੁਹਾਡੇ ਕੋਲ ਕਹਾਂ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਮੈਨੂੰ ਬੁਲਾਇਆ ਤੇ ਤੁਹਾਡਾ ਹੀ ਚੈਨਲ ਕਹਿੰਦਾ ਵੀ ਕਿਸਾਨ ਗਲਤ ਆ, ਇਹ ਤਾਂ ਜੀ ਫੰਡੀਆਂ ਦੇ ਨਾਲ ਪਲਦੇ ਆ, ਇਹ ਤਾਂ ਅੱਤਵਾਦੀ ਹੁੰਦੇ ਆ। ਤੇ ਹੁਣ ਫੋਨ ਆ ਗਿਆ ਰਣਜੀਤ ਬਾਵੇ ਨੂੰ। ਰਣਜੀਤ ਬਾਵੇ ਨੇ ਵੀ ਇਹੀ ਗੱਲ ਕਹੀ ਆ, ਉਹ ਕਹਿੰਦਾ ਮੈਂ ਥੋੜੀ ਪਰਵਾਹ ਨਹੀਂ ਕਰਦਾ, ਮੈਂ ਨਹੀਂ ਇੰਟਰਵਿਊ ਕਰਨੀ, ਤੁਸੀਂ ਮੇਰੇ ਬਾਰੇ ਜੋ ਚਲਾਉਣਾ ਚਲਾ ਲਓ, ਮੇਰਾ ਤੁਹਾਡੇ ਬਿਨਾਂ ਸਰਦਾ, ਕਿਉਂਕਿ ਤੁਹਾਡਾ ਸਟੈਂਡ ਕੋਈ ਨਹੀਂਗਾ। ਤੁਸੀਂ ਇੱਥੇ ਮੈਨੂੰ ਬੁਲਾਈ ਜਾਂਦੇ ਤੇ ਮੈਂ ਸਭ ਤੋਂ ਵੱਧ ਗਾਣੇ ਗਾਏ ਆ ਕਿਸਾਨੀ ਦੇ ਹੱਕ ਦੇ ਵਿੱਚ। ਬਿਲਕੁਲ ਸਹੀ। ਮੈਂ ਉੱਥੇ ਜਾ ਜਾ ਕੇ ਬੇਨਤੀਆਂ ਕਰਦਾ ਰਿਹਾ ਵੀ ਵੱਧ ਤੋਂ ਵੱਧ ਇਕੱਠੇ ਹੋ ਕੇ ਆਓ, ਤੁਸੀਂ ਇਹ ਦੱਸੋ ਵੀ ਤੁਸੀਂ ਕਿਸਾਨੀ ਦੇ ਹੱਕ ਦੇ ਵਿੱਚ ਹੋ ਖਿਲਾਫ ਹੋ। ਇਸ ਕਰਕੇ ਤੁਹਾਡਾ ਜਿਵੇਂ ਚੱਲਦਾ ਚਲਾਈ ਚੱਲੋ। ਸ਼ਾਬਾਸ਼, ਇਹਦੇ ਲਈ ਤਾਂ ਸੱਚੀ ਇਹਨਾਂ ਦੋਵਾਂ ਦੇ ਲਈ ਤਾੜੀਆਂ ਵੱਜਣੀਆਂ ਚਾਹੀਦੀਆਂ ਨੇ, ਕਿਉਂਕਿ ਗੱਲ ਇਹ ਹੈ ਟਾਣਾ ਸਾਹਿਬ ਕਿ ਗੱਲ ਉੱਥੇ ਆ ਜਾਂਦੀ ਹੈ ਕਿ ਬੰਦੇ ਦਾ ਇੱਕ ਸਟੈਂਡ ਹੋਣਾ ਚਾਹੀਦਾ, ਇੱਕ ਪਾਸਾ ਹੋਣਾ ਚਾਹੀਦਾ ਵੀ ਮੈਂ ਇਸ ਧਿਰ ਦੇ ਨਾਲ ਆ ਤੇ ਦੂਜਾ ਦੂਜੀ ਧਿਰ ਨਾਲ ਰਵੇ ਤੇ ਜੀ ਸਦਕੇ ਰਵੇ। ਆਪਣਾ ਬੰਦੇ ਨੂੰ ਪਤਾ ਹੋਣਾ ਚਾਹੀਦਾ, ਇਹ ਨਹੀਂ ਕਿ ਜਿੱਥੇ ਦੇਖੀ ਤਵਾ ਰਾਤ ਤੇ ਉੱਥੇ ਹੀ ਗਾਵਾਂ ਸਾਰੀ ਰਾਤ, ਵੀ ਜਿੱਥੇ ਜਿਹਨੇ ਸੱਦ ਲਿਆ ਉਧਰ ਹੀ ਤੁਰ ਪਏ। ਆਪਾਂ ਇੱਕ ਕੋਈ ਆਪਣਾ ਪੱਖ ਰੱਖੀਏ, ਇੱਕ ਸਟੈਂਡ ਰੱਖੀਏ। ਜੇਕਰ ਅਸੀਂ ਕਹਿੰਦੇ ਆ ਕਿ ਅਸੀਂ ਕਿਸਾਨਾਂ ਦੇ ਪੁੱਤ ਹਾਂ, ਅਸੀਂ ਕਿਸਾਨਾਂ ਦੀਆਂ ਧੀਆਂ ਹਾਂ, ਤੇ ਫਿਰ ਅਸੀਂ ਅੱਜ ਕਿਸਾਨਾਂ ਨਾਲ ਖੜੀਏ। ਇਹ ਸਾਡਾ ਫਰਜ਼ ਹੈ, ਇਹ ਸਾਡੀ ਜ਼ਿੰਮੇਵਾਰੀ ਵੀ ਹੈ, ਕਿਉਂਕਿ ਉਹ ਵੀ ਸਾਡੇ ਲਈ ਬੈਠੇ ਆ। ਉਹਨਾਂ ਕੱਲਿਆਂ ਦਾ ਮਸਲਾ ਨਹੀਂ, ਮਸਲਾ ਰੋਟੀ ਦਾ, ਤੇ ਰੋਟੀ ਮੈਂ ਵੀ ਖਾਣੀ ਆ ਤੇ ਰੋਟੀ ਤੁਸੀਂ ਵੀ ਖਾਣੀ ਹੋ। ਤੇ ਬੇਨਤੀ ਉਹਨਾਂ ਕਲਾਕਾਰਾਂ ਨੂੰ ਵੀ ਆ ਵੀ ਉਹ ਆਪਣੇ ਆਪ ਨੂੰ ਇੱਕ ਵਾਰੀ ਉੱਤਰ ਦੇ ਕੇ ਦੇਖਣ, ਜਿਹੜੇ ਇੱਥੇ ਜਾ ਕੇ ਇਸ ਚੈਨਲ ਦੇ ਉੱਤੇ ਇੰਟਰਵਿਊ ਵੀ ਦੇ ਕੇ ਆਏ ਆ ਤੇ ਉਹ ਬਾਰਡਰਾਂ ਤੇ ਵੀ ਕਈ ਵਾਰ ਗਏ ਆ। ਮੈਂ ਉਹਨਾਂ ਦੇ ਵਿੱਚੋਂ ਕਈਆਂ ਦੀਆਂ ਮੁੱਖ ਝਲਕਾਂ ਦੇਖੀਆਂ, ਪੂਰਾ ਪ੍ਰੋਗਰਾਮ ਤਾਂ ਨਹੀਂ ਦੇਖਿਆ। ਉਹ ਉੱਥੇ ਜਾਂਦੇ ਆ, ਉਸ ਚੈਨਲ ਦੇ ਉੱਤੇ ਗੱਲਬਾਤ ਕਰਕੇ ਆਉਂਦੇ ਆ ਵੀ ਆਪਾਂ ਕਿੱਥੇ ਖੜੇ ਆ, ਪਹਿਲਾਂ ਆਪਦੇ ਆਪ ਨੂੰ ਉੱਤਰ ਦੇਗੇ। ਸੰਸਾਰ ਕਿੱਥੇ ਖੜਾ, ਦੇਸ਼ ਕਿੱਥੇ ਖੜਾ, ਇਹ ਤਾਂ ਪਤਾ, ਆਪਾਂ ਕਿੱਥੇ ਖੜੇ ਆ ਇਹ ਨਹੀਂ ਪਤਾ। ਬਿਲਕੁਲ ਸਹੀ। ਪਤਾ ਨਹੀਂ ਟਾਣਾ ਸਾਹਿਬ ਇਹ ਲੋਕ ਰੋਟੀ ਕਿਵੇਂ ਖਾਂਦੇ ਹੋਣਗੇ, ਪਤਾ ਨਹੀਂ ਅੰਦਰੋਂ ਆਵਾਜ਼ ਨਹੀਂ ਆਉਂਦੀ ਹੋਊਗੀ। ਹੋ ਸਕਦਾ ਬਹੁਤਿਆਂ ਨੇ ਸੋਚਿਆ ਹੀ ਨਾ ਹੋਵੇ, ਕਰੀ ਕੀ ਜਾਂਦੇ ਆ। ਪਰ ਇਹ ਉਹੀ ਚੈਨਲ ਆ ਨਾ, ਜੇ ਮੈਂ ਗਲਤ ਨਹੀਂ ਆ ਤਾਂ, ਜਿਹਨੇ ਸਭ ਤੋਂ ਪਹਿਲਾਂ ਕਿਸਾਨਾਂ ਨੂੰ ਅੱਤਵਾਦੀਆਂ ਦਾ ਟੈਗ ਦਿੱਤਾ ਸੀ, ਜਿਹਨੇ ਰਵੀ ਸਿੰਘ ਖਾਲਸਾ ਏਡ ਨੂੰ ਅੱਤਵਾਦੀ ਜਥੇਬੰਦੀ ਕਿਹਾ ਸੀ। ਉਦੋਂ ਤਾਂ ਕਿੱਲ ਕਿੱਲ ਕੇ ਕਹਿੰਦੇ ਸੀ, ਉਦੋਂ ਇਹ ਗੱਲ ਕਹਿੰਦੇ ਸੀ ਵੀ ਇਹ ਦੇਖੋ ਆਤੰਕਵਾदियों की ਜਥੇਬੰਦੀ, ਇਹ ਰਵੀ ਸਿੰਘ ਤੋਂ ਆਤੰਕਵਾਦੀ ਹੈ। ਤੇ ਹੁਣ ਲਗਾਤਾਰ ਖਾਲਸਾ ਏਡ ਦੇ ਵੱਲੋਂ ਆਕਸੀਜਨ ਦੀ ਘਾਟ ਪੂਰੀ ਕੀਤੀ ਜਾ ਰਹੀ ਹੈ। ਲਗਾਤਾਰ ਉਹ ਸਿਲੰਡਰ ਵੱਖ-ਵੱਖ ਥਾਵਾਂ ਦੇ ਉੱਤੇ ਪਹੁੰਚਾ ਰਹੇ ਆ, ਲਗਾਤਾਰ ਉਹ ਆਕਸੀਜਨ ਸਿਲੰਡਰਾਂ ਦੇ ਲੰਗਰ ਲਾ ਰਹੇ ਆ। ਤੇ ਹੁਣ ਕਿਉਂ ਨਹੀਂ ਫੁੱਟਦੇ? ਹੁਣ ਕਹੋ ਵੀ ਅਸੀਂ ਇਹਨਾਂ ਨਾਲੋਂ ਵੱਧ ਲਾਏ ਆ ਲੰਗਰ। ਤੁਸੀਂ ਆਪ ਇੱਕ ਸਿਲੰਡਰ ਦੇਣ ਜੋਗੇ ਨਹੀਂ ਗਏ ਤੇ ਤੁਸੀਂ ਦੂਜਿਆਂ ਨੂੰ ਗੱਲ ਕਹਿੰਦੇ ਆ। ਜੀ ਬਿਲਕੁਲ ਟਾਣਾ ਸਾਹਿਬ, ਸਭ ਤੋਂ ਵੱਡੀ ਚੀਜ਼ ਇਹ ਹੈ, ਜਾਂ ਫਿਰ ਇੱਥੇ ਇਹ ਵੀ ਇੱਕ ਪੱਖ ਹੋ ਸਕਦਾ ਹੈ ਕਿ ਉਦੋਂ ਸ਼ਾਇਦ ਜਿਹੜੇ ਕਲਾਕਾਰ ਇਸ ਚੈਨਲ ਦੇ ਉੱਪਰ ਜਾ ਕੇ ਇੰਟਰਵਿਊ ਦੇ ਕੇ ਆਏ, ਉਦੋਂ ਉਹ ਵੀ ਇੱਕ ਭੇਡ ਚਾਲ ਦੇ ਵਿੱਚ ਸੀ ਵੀ ਉਹਨਾਂ ਨੂੰ ਸੀ ਵੀ ਵਾਹ ਬਾਈ ਖੱਟ ਲਈਏ, ਵੱਧ ਤੋਂ ਵੱਧ ਬਾਰਡਰ ਤੇ ਜਾ ਕੇ ਲੋਕਾਂ ਦੇ ਵਿੱਚ ਆਪਣੀ ਇੱਕ ਵਧੀਆ ਜੀ ਇਮੇਜ ਬਣਾ ਲਈਏ, ਲੋਕਾਂ ਨੂੰ ਇਹ ਲੱਗੂ ਅਸੀਂ ਇਹਨਾਂ ਦੇ ਆ, ਇਹਨਾਂ ਦੇ ਆ। ਜਦੋਂ ਸਾਰਾ ਕੁਝ ਉੱਥੇ ਹੋ ਗਿਆ ਫੇਰ ਕਹਿੰਦੇ ਹੁਣ ਵੀ ਲੋਕ ਕਿਹੜਾ ਚੇਤੇ ਰੱਖਦੇ ਆ, ਭੁੱਲ ਗਏ ਤੇ ਨਾਲ ਹੀ ਇੱਧਰ ਨੂੰ ਤੁਰ ਪਏ। ਪਰ ਲੋਕ ਚੇਤੇ ਰੱਖਦੇ ਨੇ, ਔਰ ਲੋਕਾਂ ਨੂੰ ਚੇਤੇ ਰੱਖਣਾ ਵੀ ਚਾਹੀਦਾ ਹੈ, ਕਿਉਂਕਿ ਸਭ ਤੋਂ ਵੱਧ ਪ੍ਰੋਗਰਾਮ ਕਿਸਾਨ ਹੀ ਕਰਵਾਉਂਦੇ ਆ। ਸਾਡੀਆਂ ਇਹਨਾਂ ਦੋਗਲੀਆਂ ਹਰਕਤਾਂ ਦੇ ਕਰਕੇ ਹੀ ਸਾਡਾ ਕੁਝ ਬਣਦਾ ਨਹੀਂਗਾ। ਇਹਨਾਂ ਗੱਲਾਂ ਦੇ ਕਰਕੇ ਹੀ ਸਾਡੇ ਉੱਤੇ 100 ਤਰ੍ਹਾਂ ਦੇ ਸਵਾਲ ਖੜੇ ਹੁੰਦੇ ਆ। ਇਹਨਾਂ ਗੱਲਾਂ ਦੇ ਕਰਕੇ ਸਾਨੂੰ ਕਦੇ ਗੰਭੀਰਤਾ ਦੇ ਨਾਲ ਲੈਂਦੀਆਂ ਨਹੀਂ ਸਰਕਾਰਾਂ। ਉਹ ਜਾਣਦੇ ਆ ਵੀ ਅੱਜ ਇਹ ਕੁਝ ਹੋਰ ਆ ਤੇ 4 ਦਿਨਾਂ ਨੂੰ ਕੁਝ ਹੋਰ ਹੋਣਗੇ, 4 ਮਹੀਨਿਆਂ ਨੂੰ ਕੁਝ ਹੋਰ ਹੋਣਗੇ। ਤੁਸੀਂ ਸੋਚ ਕੇ ਵੇਖੋ ਟਾਣਾ ਸਾਹਿਬ, ਇਹ ਜਿਹੜਾ ਚੈਨਲ ਹੈ, ਉਹ ਚੈਨਲ ਦੇ ਪ੍ਰਬੰਧਕ, ਉਹ ਲੋਕ ਕੀ ਸੋਚਦੇ ਹੋਣਗੇ ਵੀ ਲੈ ਇਹਨਾਂ ਕਲਾਕਾਰਾਂ ਦਾ ਕੀ ਆ, ਅੱਜ ਜੇ ਉੱਥੇ ਸਟੇਜਾਂ ਦੇ ਉੱਪਰ ਬੋਲਦੇ ਪਏ ਨੇ, ਕੱਲ ਨੂੰ ਆਪਾਂ ਪੈਸਾ ਫੇਕ ਤਮਾਸ਼ਾ ਦੇਖ ਅਸੀਂ ਸੱਦਾਂਗੇ, ਇੱਥੇ ਆ ਜਾਣਗੇ। ਸੋ ਇਹ ਗੱਲਾਂ ਚੰਗੀਆਂ ਨਹੀਂ। ਆਪਾਂ ਇੱਕ ਪਾਸਾ ਫੜ ਲਈਏ। ਅਸੀਂ ਨਹੀਂ ਕਹਿੰਦੇ ਵੀ ਇੱਧਰਲਾ ਫੜੋ ਜਾਂ ਉੱਧਰਲਾ ਫੜੋ, ਪਰ ਇੱਕ ਪਾਸਾ ਫੜ ਲਈਏ, ਸਟੈਂਡ ਰੱਖੋ। ਬਿਲਕੁਲ, ਤੇ ਉਹਨਾਂ ਦੇ ਹੀ ਹੋ ਜਾਈਏ ਪੱਕੇ ਤੌਰ ਤੇ। ਗਲਤ ਨੂੰ ਗਲਤ ਕਹੋ, ਸਹੀ ਨੂੰ ਸਹੀ ਕਹੋ, ਤੇ ਜੇ ਆਪ ਗਲਤ ਆ ਖੁਦ ਨੂੰ ਵੀ ਗਲਤ ਕਹਿ ਲਓ। ਬਿਲਕੁਲ ਸਹੀ। ਜੱਜ ਦਾ ਵਿਚਾਰ। ਹਰਮਨ ਜੀ, ਜਿਹੜਾ ਬੰਦਾ ਜਜ਼ਬੇ ਵਾਲਾ ਨਾ, ਉਹਨੇ ਕਿਤੇ ਵੀ ਬੈਠੇ ਨੇ ਕਮਾਲ ਕਰ ਹੀ ਦੇਣੀ ਹੈ ਜੀ। ਇੱਕ ਨਾ ਇੱਕ ਦਿਨ ਹਰ ਬੰਦੇ ਦੀ ਚਰਚਾ ਹੁੰਦੀ ਆ। ਇਹ ਗੱਲ ਸੱਚੀ ਆ ਵੀ ਕੁਝ ਕੁ ਲੋਕਾਂ ਦੀ ਕਲਾ ਜਿਹੜੀ ਉਹ ਛੁਪ ਜਾਂਦੀ ਹੈ ਤੇ ਕਈਆਂ ਦੀ ਛਪ ਜਾਂਦੀ ਆ। ਤੇ ਕਲਾ ਘੱਟ ਵੱਧ ਹਰ ਕਿਸੇ ਦੇ ਵਿੱਚ ਹੁੰਦੀ ਆ, ਉਹ ਕਿਸੇ ਵੀ ਰੂਪ ਦੇ ਵਿੱਚ ਕਿਉਂ ਨਾ ਹੋਵੇ। ਆ ਹੁਣ ਮੈਂ ਦਵਾਰਕਾ ਭਾਰਤੀ ਨਾਂ ਦੇ ਇੱਕ ਬਜ਼ੁਰਗ ਦੀ ਖਬਰ ਪੜ੍ਹੀ, ਮੇਰਾ ਮਨ ਬੜਾ ਪ੍ਰਸੰਨਚਿਤ ਹੋਇਆ। ਦੇਖੋ, ਕੰਮ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ। ਕਿਰਤ ਕਰਨੀ ਕਿਹੜੀ ਮਾੜੀ ਗੱਲ ਆ? ਬੈਠ ਕੇ ਯਬਲਗਾ ਮਾਰਨੀਆਂ, ਕਿਸੇ ਦੇ ਵਿੱਚ ਨਗੋਚਾਂ ਕੱਢਣੀਆਂ, ਕਿਸੇ ਨੂੰ ਮਾੜਾ ਚੰਗਾ ਕਹਿਣਾ, ਉਹਦੇ ਨਾਲੋਂ ਤਾਂ ਜੋ ਮਰਜ਼ੀ ਕਰੋ। ਤੁਹਾਡਾ ਟੱਬਰ ਪਲਦਾ ਜਿਹੜੇ ਕੰਮ ਦੇ ਨਾਲ, ਉਹ ਕੰਮ ਬਹੁਤ ਉੱਚਾ ਸੁੱਚਾ ਵੱਡਾ। ਬਿਲਕੁਲ ਸਹੀ। ਦਵਾਰਕਾ ਭਾਰਤੀ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਦੇ ਉੱਤੇ ਇੱਕ ਜਿਹੜਾ ਏਰੀਆ, ਇੱਕ ਨਗਰ ਆ, ਕਲੋਨੀ ਹੈ ਜਿਹੜੀ, ਉਹਦੇ ਵਿੱਚ ਉਹ ਆਪਦੀ ਦੁਕਾਨ ਛੋਟੀ ਜਿਹੀ ਕਰਦੇ, ਮੋਚੀ ਆ, ਜੁੱਤੀਆਂ ਗੰਢਣ ਦਾ ਕੰਮ ਕਰਦੇ ਆ। ਲੋਕ ਆਪਦੇ ਜੁੱਤੀ ਜੋੜੇ ਫੜਾਉਂਦੇ ਆ, ਉਹ ਗੰਢਦੇ ਆ, ਇਹਦੇ ਨਾਲ ਉਹਨਾਂ ਦਾ ਟੱਬਰ ਪਲਦਾ। ਪਰ ਬੰਦਾ ਬੌਧਿਕ ਪੱਖੋਂ ਇੰਨਾ ਉੱਚਾ ਕਮਾਲ ਹੋਈ ਪਈ ਆ। ਇਹ ਦਵਾਰਕਾ ਭਾਰਤੀ ਦੀ ਉਮਰ ਤਾਂ ਹੈਗੀ ਕਾਫੀ ਵੱਡੀ,
ਪਰ ਇਹਨੂੰ ਵੱਖ-ਵੱਖ ਯੂਨੀਵਰਸਿਟੀਆਂ ਦੇ ਵਿੱਚ ਭਾਸ਼ਣ ਦੇਣ ਵਾਸਤੇ ਸੱਦਿਆ ਜਾਂਦਾ। ਵਾਹ। ਛੋਟੀ ਉਮਰ ਦੇ ਵਿੱਚ ਕਵਿਤਾ ਲਿਖਣੀ ਦੀ ਤੇ ਸਾਹਿਤ ਦੇ ਹੋਰ ਵੱਖ-ਵੱਖ ਰੂਪਾਂ ਨੂੰ ਸਿਰਜਣ ਦੀ ਚਿੰਗ ਲੱਗੀ ਜੀ। ਇਹਦਾ ਲਿਖਿਆ ਹੋਇਆ ਬਜ਼ੁਰਗ ਦਾ ਮੋਚੀ ਨਾਂ ਦਾ ਨਾਵਲ ਆ, ਜਿਹਦੇ ਉੱਤੇ ਪੰਜਾਬ ਯੂਨੀਵਰਸਿਟੀ ਦੀਆਂ 2 ਵਿਦਿਆਰਥਣਾਂ ਰਿਸਰਚ ਕਰ ਰਹੀਆਂ। ਵਾਹ। ਇਹਨਾਂ ਦੀ ਲਿਖੀ ਹੋਈ ਇੱਕ ਕਵਿਤਾ ਹੈਗੀ ਇਕਲਵਿਆ, ਇਹਨੂੰ ਇਗਨੂ ਯੂਨੀਵਰਸਿਟੀ ਦੇ ਵਿੱਚ MA ਦੇ ਵਿਦਿਆਰਥੀ ਪੜ੍ਹਦੇ ਆ। ਇਹ ਆ ਬਜ਼ੁਰਗ ਦਾ ਜਲਵਾ। ਔਰ ਸਭ ਤੋਂ ਵੱਡੀ ਚੀਜ਼ ਇੱਥੇ ਮੈਂ ਹੋਰ ਤੁਹਾਨੂੰ ਦੱਸ ਦਿੰਦੀ ਆ ਟਾਣਾ ਸਾਹਿਬ ਕਿ ਬਜ਼ੁਰਗ ਆਪ 12ਵੀਂ ਪਾਸ ਨੇ ਤੇ ਫਿਰ ਵੀ ਬੌਧਿਕ ਪੱਖੋਂ ਤੁਸੀਂ ਵੇਖੋ ਇਹ ਕਿੱਥੇ ਪਹੁੰਚੇ ਹੋਏ ਨੇ। ਇਹਨਾਂ ਨੇ ਹੁਣ ਤੱਕ ਬਹੁਤ ਸਾਰੇ ਜਿਹੜੇ ਨਾਮੀ ਸਾਹਿਤਕਾਰ ਨੇ ਉਹਨਾਂ ਦੀਆਂ ਕਿਤਾਬਾਂ ਦਾ ਅਨੁਵਾਦ ਵੀ ਕੀਤਾ। ਇਹਨਾਂ ਨੇ ਹੋਰ ਵੀ ਬਹੁਤ ਸਾਰਾ ਕੰਮ ਕੀਤਾ ਹੈ ਔਰ ਕਹਿੰਦੇ ਕਿ ਜਦੋਂ ਬੱਚੇ ਵੀ ਰਿਸਰਚ ਕਰਦੇ ਨੇ ਨਾ ਉਹ ਵੀ ਵੇਖਦੇ ਨੇ ਤੇ ਹੈਰਾਨ ਹੁੰਦੇ ਨੇ ਕਿ ਇੱਕ ਬਜ਼ੁਰਗ ਜਿਨ੍ਹਾਂ ਦੇ ਉੱਪਰ ਲੋਕ ਅੱਜ ਚਰਚਾ ਕਰ ਰਹੇ ਨੇ, ਜਿਨ੍ਹਾਂ ਦੀਆਂ ਕਿਤਾਬਾਂ ਪੜ੍ਹ ਰਹੇ ਨੇ, ਉਹ ਬੰਦਾ ਆਪ ਸਿੱਧੀ ਸਾਦੀ ਸਾਦਗੀ ਭਰੀ ਜ਼ਿੰਦਗੀ ਜਿਹੜੀ ਆ ਉਹ ਬਤੀਤ ਕਰ ਰਿਹਾ ਹੈ। ਤੁਸੀਂ ਵੇਖੋ ਅਸੀਂ ਅਕਸਰ ਨਾ ਬੰਦੇ ਦੀ ਬੌਧਿਕਤਾ ਨੂੰ ਉਹਦੀਆਂ ਡਿਗਰੀਆਂ ਦੇ ਨਾਲ ਜੋੜ ਕੇ ਵੇਖਦੇ ਆ ਵੀ ਇਹ ਕਿੰਨਾ ਪੜ੍ਹਿਆ ਲਿਖਿਆ ਹੈ, ਇਹ ਕਿੰਨਾ ਇਹਦੇ ਕੋਲ ਡਿਗਰੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ। ਨੋ ਡਾਊਟ ਇਹਦੇ 'ਚ ਕੋਈ ਵੀ ਕਹਿ ਲਓ ਵੀ ਸ਼ੱਕ ਨਹੀਂ ਹੈ ਕਿ ਡਿਗਰੀਆਂ ਮਾਇਨੇ ਰੱਖਦੀਆਂ ਨੇ, ਨਹੀਂ ਤਾਂ ਬਿਨਾਂ ਡਿਗਰੀਆਂ ਤੋਂ ਅੱਜ ਦੇਸ਼ ਦਾ ਕੀ ਹਾਲ ਹੋਇਆ ਇਹ ਵੀ ਆਪਾਂ ਸਾਰਿਆਂ ਨੇ ਵੇਖਿਆ ਹੀ ਹੈ। ਡਿਗਰੀਆਂ ਮਾਇਨੇ ਰੱਖਦੀਆਂ ਨੇ ਪਰ ਨਾਲ ਦੀ ਨਾਲ ਬੌਧਿਕ ਪੱਖੋਂ ਬੰਦਾ ਕਿਹੋ ਜਿਹਾ ਹੈ। ਕਈ ਵਾਰ ਡਿਗਰੀਆਂ ਵੀ ਕਰੋ ਜੀ ਜ਼ਰੂਰ ਕਰੋ ਪਰ ਡਿਗਰੀਆਂ ਸੰਭਾਲ ਕੇ ਵੀ ਰੱਖੋ। ਕਈ ਵਾਰ ਦੇਸ਼ ਚਲਾਉਣ ਵਾਲਿਆਂ ਦੀਆਂ ਇਤਿਹਾਸ ਦੀਆਂ ਲੱਭਦੀਆਂ ਹੀ ਨਹੀਂ। ਬਿਲਕੁਲ ਸਹੀ ਗੱਲ ਹੈ। ਸੋ ਬੌਧਿਕ ਪੱਖੋਂ ਬੰਦਾ ਕਿੱਥੇ ਖੜਾ ਮਾਇਨੇ ਇਹ ਰੱਖਦਾ। ਕਈ ਵਾਰ ਡਿਗਰੀਆਂ ਲੈ ਕੇ ਵੀ ਬੰਦੇ ਦਾ ਬੌਧਿਕ ਪੱਖ ਜਿਹੜਾ ਉਹ ਬਹੁਤ ਕਮਜ਼ੋਰ ਹੁੰਦਾ ਹੈ ਤੇ ਕਈ ਵਾਰ ਬਿਨਾਂ ਡਿਗਰੀਆਂ ਤੋਂ ਵੀ ਉਹ ਇੰਨੀ ਉੱਚੀ ਸੁੱਚੀ ਗੱਲ ਕਰ ਦਿੰਦਾ ਕਿ ਲੋਕ ਹੈਰਾਨ ਹੁੰਦੇ ਨੇ। ਬਿਲਕੁਲ ਤੁਹਾਡੀ ਗੱਲ ਸਹੀ ਆ ਤੇ ਪਤਾ ਲੱਗਾ ਮੈंने ਇਹ ਵੀ ਪੜਿਆ ਵੀ ਇਹਨਾਂ ਦੀ ਦੁਕਾਨ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਸਾਹਿਤਕਾਰ ਉੱਥੇ ਆ ਕੇ ਬੈਠੇ ਰਹਿੰਦੇ ਆ ਪਰ ਜਦੋਂ ਇਹ ਗੱਲਾਂ ਵੀ ਕਰਦੇ ਨਾ ਭਾਵੇਂ ਕਿਸੇ ਵੀ ਵਿਸ਼ੇ ਤੇ ਕਰਦੇ ਹੁਣ ਨਾਲ ਆਪਣਾ ਕੰਮ ਕਰੀ ਜਾਂਦੇ ਆ, ਕਮਾਲ ਜੁੱਤੀਆਂ ਪਾਲਿਸ਼ ਕਰੀ ਜਾਂਦੇ ਆ। ਪਰ ਜਦੋਂ ਸਮਾਂ ਹੁੰਦਾ ਫਿਰ ਵੱਡੇ ਸਾਹਿਤਕਾਰਾਂ ਨੂੰ ਪੜ੍ਹਦੇ ਆ, ਫਿਰ ਅਖਬਾਰਾਂ ਨੂੰ ਪੜ੍ਹਦੇ ਆ, ਫਿਰ ਜਿਹੜੇ ਨਾਲ ਸੰਗੀ ਸਾਥੀ ਆਏ ਹੁੰਦੇ ਆ ਵਿਚਾਰ ਵਟਾਂਦਰਾ ਕਰਨ ਦੇ ਲਈ ਪੂਰੀ ਬਹਿਸ ਦੇ ਵਿੱਚ ਹਿੱਸਾ ਵੀ ਲੈਂਦੇ ਆ। ਸੋ ਜਿਉਂਦੇ ਮਨੁੱਖ ਦੀ ਨਿਸ਼ਾਨੀ ਆ, ਹਰ ਬੰਦੇ ਦਾ ਸ਼ੌਕ ਆ, ਹਰ ਕਿਸੇ ਦਾ ਜਜ਼ਬਾ। ਅਸਲ ਦੇ ਵਿੱਚ ਇਹਨੂੰ ਕਹਿੰਦੇ ਆ ਜ਼ਮੀਨ ਨਾਲ ਜੁੜਿਆ ਹੋਇਆ ਇਨਸਾਨ। ਟਾਣਾ ਸਾਹਿਬ ਬਹੁਤ ਸਾਰੇ ਲੋਕ ਇਹੋ ਜਿਹੇ ਹੋਣਗੇ ਇਸ ਦੁਨੀਆ ਦੇ ਵਿੱਚ, ਗਾਹੇ ਬਗਾਹੇ ਤੁਹਾਡਾ ਵੀ ਵਾਹ ਪਿਆ ਹੋਏਗਾ, ਜਿਹੜੇ ਪੜ੍ਹਦੇ ਲਿਖਦੇ ਤਾਂ ਬਹੁਤ ਹੋਣਗੇ ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚ ਇੱਕ ਹੰਕਾਰ, ਇੱਕ ਹਉਮੈ ਆ ਜਾਂਦੀ ਹੈ। ਹਾਲਾਂਕਿ ਜਿਹੜਾ ਸਹੀ ਅਸਲ ਅਰਥਾਂ ਦੇ ਵਿੱਚ ਪੜ੍ਹਦਾ ਉਹ ਹਮੇਸ਼ਾ ਜ਼ਮੀਨ ਨਾਲ ਜੁੜਿਆ ਰਹਿੰਦਾ, ਉਹ 'ਚ ਹਉਮੈ ਨਹੀਂ ਆਉਂਦੀ ਕਦੇ ਵੀ। ਪਰ ਅੱਜ ਕੁਝ ਇੱਕ ਇਹੋ ਜਿਹੇ ਲੋਕ ਹੁੰਦੇ ਜਿਹੜੇ ਨਾ ਗੱਲ-ਗੱਲ ਤੇ ਕਹਿਣਗੇ ਮੈਂ ਤਾਂ ਇੰਨੀਆਂ ਕਿਤਾਬਾਂ ਪੜ੍ਹਦਾ, ਮੈਂ ਤਾਂ ਇੰਨਾ ਸਾਹਿਤ ਦੇ ਨੇੜੇ ਆ, ਪਰ ਹੰਕਾਰ ਬਹੁਤ ਜ਼ਿਆਦਾ ਹੁੰਦਾ ਉਹਨਾਂ ਦੇ ਵਿੱਚ ਨਾ। ਸੋ ਇਹੋ ਜਿਹੀਆਂ ਕਿਤਾਬਾਂ ਪੜ੍ਹੀਆਂ ਦਾ ਸਾਹਿਤ ਦੇ ਨੇੜੇ ਹੋਣ ਦਾ ਵੀ ਕੋਈ ਫਾਇਦਾ ਨਹੀਂ ਜੇਕਰ ਹੰਕਾਰ ਭਰਿਆ ਹੋਵੇ ਤੁਹਾਡੇ ਅੰਦਰ। ਇਹ ਵੇਖੋ ਇਹ ਨੇ ਅਸਲ ਲੋਕ ਜਿਹੜੇ ਜ਼ਮੀਨ ਨਾਲ ਜੁੜੇ ਹੋਏ ਨੇ, ਜਿਹੜੇ ਪੜ੍ਹੇ ਲਿਖੇ ਨੇ, ਜਿਹੜੇ ਬੌਧਿਕ ਪੱਖ ਤੋਂ ਬਹੁਤ ਉੱਪਰ ਕੋਈ ਨਹੀਂ। ਸਭ ਤੋਂ ਵੱਡੀ ਗੱਲ ਇਹ ਹੈ ਹੁਣ ਕਈ ਲੋਕ ਮੇਰੇ ਅੱਗੇ ਬੈਠੇ ਕਰ ਰਹੇ ਨੇ ਮੈਂ ਇੰਨਾ ਕੁਝ ਕੀਤਾ, ਮੈਨੂੰ ਕਿਸੇ ਨੇ ਦਿੱਤਾ ਕੀ, ਮੇਰੇ ਲਈ ਕਿਹਨੇ ਕੁਝ ਸੋਚਿਆ। ਵੀ ਤੁਹਾਡੇ ਬਾਰੇ ਨਹੀਂ ਸੋਚਿਆ ਨਾ ਸੋਚੇ, ਤੁਸੀਂ ਕੀ ਜਿਹੜਾ ਕੰਮ ਕੀਤਾ ਉਹ ਸਿਰਫ ਇਸ ਕਰਕੇ ਕੀਤਾ ਵੀ ਲੋਕ ਤੁਹਾਡੇ ਬਾਰੇ ਸੋਚਣ। ਤੁਸੀਂ ਆਪਦੇ ਸ਼ੌਕ ਦੇ ਲਈ ਆਪਦੀ ਕਿਰਤ ਦੇ ਰੂਪ ਦੇ ਵਿੱਚ ਕੀਤਾ, ਜੇ ਉਹਦਾ ਫਲ ਮਿਲ ਗਿਆ ਤਾਂ ਵੀ ਠੀਕ ਆ, ਨਹੀਂ ਤੁਸੀਂ ਆਪਦਾ ਸ਼ੌਕ ਥੋੜੀ ਮਾਰਨਾ, ਆਪਦੀ ਕਲਾ ਥੋੜੀ ਮਾਰਨੀ ਆ। ਇਸ ਕਰਕੇ ਬਜ਼ੁਰਗਾਂ ਨੂੰ ਸਲਾਮ ਆ। ਬਿਲਕੁਲ ਸਹੀ ਗੱਲ ਹੈ ਔਰ ਅਸੀਂ ਨਾ ਬਜ਼ੁਰਗਾਂ ਤੋਂ ਬਹੁਤ ਕੁਝ ਸਿੱਖੀਏ ਹੈ ਨਾ। ਤੇ ਬਾਕੀ ਫਿਲਹਾਲ ਪ੍ਰੋਗਰਾਮ ਸਮੇਟਣ ਦਾ ਵੇਲਾ ਹੋ ਗਿਆ ਜੀ। ਆਪਣੀ ਪ੍ਰਤੀਕਿਰਿਆ ਜ਼ਰੂਰ ਸਾਡੇ ਤਾਈਂ ਪਹੁੰਚਾਇਓ। ਸਾਰੇ ਜਣੇ ਆਪਣਾ ਖਿਆਲ ਰੱਖਿਆ ਕਰੋ। ਜੋ ਵੀ ਸਰਕਾਰ ਦੇ ਵੱਲੋਂ ਸਿਹਤ ਵਿਭਾਗ ਦੇ ਵੱਲੋਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਦਾ ਪੂਰਨ ਤੌਰ ਦੇ ਉੱਪਰ ਤੁਸੀਂ ਖਿਆਲ ਰੱਖੋ। ਸਿਹਤਮੰਦ ਰਹੋ, ਸਿਹਤਯਾਬ ਰਹੋ। ਤੇ ਬਾਕੀ ਫਿਲਹਾਲ ਦੇ ਲਈ ਪ੍ਰੋਗਰਾਮ ਨੂੰ ਸਮੇਟਦੇ ਆ। ਪ੍ਰਤੀਕਿਰਿਆ ਜ਼ਰੂਰ ਭੇਜਿਓ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਉਹ ਵੀ ਹਾਜ਼ਰ ਹੈ ਜੱਜ ਦਾ ਵਿਚਾਰ।